ਹੈਲੋ ਐਂਡ ਵੈਲਕਮ ਬੇਟਾ। ਕਪੈਸਿਟਰ ਦਾ ਲੈਕਚਰ ਨੰਬਰ 5। ਜੇ ਆਪਾਂ ਕਪੈਸਿਟਰ ਦੇ ਸਫ਼ਰ ਦੀ ਗੱਲ ਕਰੀਏ ਤਾਂ ਐਜ਼ ਪ੍ਰੋਮਿਸਡ ਮੈਂ ਜਿੱਦਾਂ ਤੁਹਾਨੂੰ ਕਿਹਾ ਹੋਇਆ ਕਿ ਜਿੰਨੀਆਂ ਡੈਮੋਨਸਟ੍ਰੇਸ਼ਨ ਪੋਸੀਬਲ ਹੋਈਆਂ ਸਾਰੀਆਂ ਤੁਹਾਨੂੰ ਕਰਾਉਣੀਆਂ ਨੇ। ਆਪਾਂ ਜਦੋਂ ਕਪੈਸਿਟਰ ਦੀ ਸ਼ੁਰੂਆਤ ਕੀਤੀ ਪਹਿਲਾਂ ਬਿਹੇਵੀਅਰ ਆਫ ਕੰਡਕਟਰ ਤੇ ਡਾਇਲੈਕਟ੍ਰਿਕਸ ਪੜ੍ਹਿਆ, ਜਿੰਨੀਆਂ ਹੋ ਸਕੀਆਂ ਉਹਦੇ 'ਚ ਤੁਹਾਨੂੰ ਬਹੁਤ ਸਾਰੀਆਂ ਡੈਮੋਨਸਟ੍ਰੇਸ਼ਨਸ ਕਰਵਾਈਆਂ। ਫਿਰ ਉਸ ਤੋਂ ਬਾਅਦ ਆਪਾਂ ਜਦੋਂ ਕਪੈਸਿਟੈਂਸ 'ਤੇ ਆਏ ਤਾਂ ਕਪੈਸਿਟੈਂਸ 'ਤੇ ਆਪਾਂ ਬਹੁਤ ਵੰਡਰਫੁਲ ਜਿਹੜੀਆਂ ਡੈਮੋਨਸਟ੍ਰੇਸ਼ਨਸ ਕਰ ਚੁੱਕੇ ਹਾਂ। ਠੀਕ ਹੈ, ਕਪੈਸਿਟੈਂਸ ਦੀ ਆਪਾਂ ਪੈਰਲਲ ਪਲੇਟ ਦੀ ਕਪੈਸਿਟਰ ਦੀ ਕਪੈਸਿਟੈਂਸ ਕੱਢ ਕੇ ਉਹਦੇ ਸਾਰੇ ਕੇਸਿਸ ਵੈਰੀਫਾਈ ਵੀ ਕਰ ਲਏ। ਹੁਣ ਅਗਲਾ ਟੌਪਿਕ ਜਿਹੜਾ ਅੱਜ ਦਾ ਆਪਾਂ ਕਰਨ ਜਾ ਰਹੇ ਹਾਂ ਉਹ ਹੈਗਾ ਕਿ ਆਪਾਂ ਕਪੈਸਿਟੈਂਸ ਕੱਢਣੀ ਹੈ ਪੈਰਲਲ ਪਲੇਟ ਕਪੈਸਿਟਰ ਦੀ ਵਿਦ ਡਾਇਲੈਕਟ੍ਰਿਕ ਸਲੈਬ। ਪਹਿਲਾਂ ਨਾਲੋਂ ਇਹ ਡਿਫਰੈਂਟ ਟੌਪਿਕ ਹੈ। ਠੀਕ ਹੈ, ਪਹਿਲਾਂ ਸੀਨ ਇਹ ਸੀ ਕਿ ਕਪੈਸਿਟਰ ਦੇ ਵਿੱਚ ਪੂਰਾ ਮੀਡੀਅਮ ਭਰ ਦਿੱਤਾ ਜਾਂਦਾ ਸੀ। ਹੁਣ ਇਦਾਂ ਨਹੀਂ ਹੈਗਾ, ਹੁਣ ਇੱਕ ਸਲੈਬ ਭਰੀ ਦੀ ਵਿੱਚ। ਸਲੈਬ ਸਮਝ ਲਓ ਵੀ ਜਿਹੜੀ ਥਿਕਨੈਸ ਮੇ ਵੀ ਜਿਵੇਂ ਇਹਨਾਂ 'ਚ ਡਿਸਟੈਂਸ ਡੀ ਏ ਤਾਂ ਉਹਦੀ ਆਪਦੀ ਥਿਕਨੈਸ ਘੱਟ ਹੈ। ਇਹਦੀ ਲੋਕੇਸ਼ਨ ਮੈਟਰ ਨਹੀਂ ਕਰਦੀ ਜਿੱਧਰ ਮਰਜ਼ੀ, ਲੇਕਿਨ ਇਹਦੀ ਥਿਕਨੈਸ ਉਹਦੇ ਨਾਲੋਂ ਘੱਟ ਹੈ। ਠੀਕ ਹੈ, ਸੋ ਇਹ ਟੌਪਿਕ ਉਹਦੇ ਨਾਲੋਂ ਅਲੱਗ ਹੈ ਐਂਡ ਇਹ 5 ਨੰਬਰ ਲਈ ਇੰਪੋਰਟੈਂਟ ਕੁਐਸਚਨ ਹੈ। ਸੋ ਕਾਪੀ ਪੈਨ ਫੜ ਲਓ ਤੇ ਲਿਖ ਕੇ ਦੇਖਣਾ ਬਸ ਇਹਨੂੰ ਸਾਰੇ ਨੂੰ। ਠੀਕ ਹੈ, ਐਂਡ ਕੋਸ਼ਿਸ਼ ਕਰਿਆ ਕਰੋ ਕਿ ਪੌਜ਼ ਕਰਕੇ ਚਾਹੇ ਦੇਖਣਾ ਪਏ ਤੁਹਾਨੂੰ ਬਾਰ-ਬਾਰ, ਬਟ ਪੱਕਾ ਕਰ ਲਿਆ ਕਰੋ ਇੱਕ ਵਾਰ। ਤੇ ਇਹਨੂੰ ਜਿੱਦਾਂ ਮੈਂ ਕਰਾ ਰਿਹਾ, ਮੈਂ ਤੁਹਾਡਾ ਗਾਈਡ ਹਾਂ। ਠੀਕ ਹੈ, ਮੈਂ ਜਿਹੜਾ ਕਰਾਵਾਂਗਾ ਪੇਪਰ 'ਚ ਲਿਖਣ ਦਾ ਤਰੀਕਾ ਇਹ ਨਹੀਂ ਹੁੰਦਾ। ਪੇਪਰ 'ਚ ਲਿਖਣ ਦਾ ਤਰੀਕਾ ਤੁਹਾਨੂੰ ਤੁਹਾਡੀਆਂ ਬੁੱਕਸ ਤੋਂ ਮਿਲਣਾ ਹੈ ਕਿ ਕਿਵੇਂ ਲਿਖੀਦਾ ਹੈ ਇਹਨੂੰ ਪੇਪਰ 'ਚ। ਠੀਕ ਹੈ, ਸੋ ਜਿਹੜੀਆਂ ਗੱਲਾਂ ਮੈਂ ਬੋਲ ਕੇ ਦੱਸ ਦੇਣੀਆਂ, ਮੈਂ ਬੋਰਡ ਤੇ ਨਹੀਂ ਲਿਖਾਂਗਾ, ਉਹ ਤੁਹਾਨੂੰ ਲਿਖਣੀਆਂ ਪੈਣੀਆਂ ਐਕਸਪਲੇਨ ਕਰਨ ਵਾਸਤੇ, ਕਿਉਂਕਿ 5 ਮਾਰਕਸ ਦਾ ਕੁਐਸਚਨ ਹੈ। ਪ੍ਰੀ ਰਿਕੁਇਜ਼ਿਟਸ ਆਪਣੇ ਕੀ ਨੇ? ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਪੈਰਲਲ ਪਲੇਟ ਕਪੈਸਿਟਰ ਹੈ ਉਹਦੀ ਕਪੈਸਿਟੈਂਸ ਆਹ ਹੁੰਦੀ ਹੈ, ਵੀ ਆਲ ਨੋ ਦਿਸ। ਐਂਡ ਸਾਨੂੰ ਇਹ ਵੀ ਪਤਾ ਕਿ ਜੇ ਮੀਡੀਅਮ ਭਰਦੀ ਹੈ ਸਾਰੇ ਦਾ ਸਾਰਾ ਤੇ ਕਪੈਸਿਟੈਂਸ k ਟਾਈਮਸ ਹੋ ਜਾਂਦੀ। ਇਹਨੂੰ ਆਪਾਂ ਵੈਰੀਫਾਈ ਕਰ ਚੁੱਕੇ ਹੋਏ ਹਾਂ। ਠੀਕ ਹੈ, ਦੂਜੀ ਸਿਚੁਏਸ਼ਨ ਆ ਹੈ ਕਿ ਜਦੋਂ ਤੁਸੀਂ ਕਿਸੇ ਡਾਇਲੈਕਟ੍ਰਿਕ ਨੂੰ ਕਿਸੇ ਇਲੈਕਟ੍ਰਿਕ ਫੀਲਡ 'ਚ ਰੱਖਦੇ ਹੋ। ਇਦਾਂ ਮੈਂ ਇਹ ਕਹਿਣਾ ਚਾਹ ਰਿਹਾ ਕਿ ਆਹ ਕੰਡਕਟਰ ਇੱਕ ਕਪੈਸਿਟਰ ਹੈ। ਕਪੈਸਿਟਰ ਦੇ ਵਿੱਚ ਆਪਾਂ ਜਦੋਂ ਡਾਇਲੈਕਟ੍ਰਿਕ ਸਲੈਬ ਰੱਖਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਵਿਚਕਾਰ ਇੱਥੇ ਇੱਕ ਥੋੜਾ ਜਿਹਾ ਨੈਗੇਟਿਵ, ਉਰੇ ਥੋੜਾ ਜਿਹਾ ਪੋਜ਼ਿਟਿਵ। ਕਿਉਂ? ਕਿਉਂਕਿ ਥੋੜਾ ਤਾਂ ਵਰਡ ਵਰਤ ਰਹੇ ਹਾਂ ਕਿਉਂਕਿ ਇਹ ਡਾਇਲੈਕਟ੍ਰਿਕ ਹੈ। ਇੱਕ ਬਾਹਰਲਾ ਫੀਲਡ ਹੁੰਦਾ ਹੈ E ਨੋਟ, ਇੱਕ ਅੰਦਰ ਫੀਲਡ ਹੁੰਦਾ ਉਹ ਮੈਂ ਇੱਥੇ ਬਣਾ ਰਿਹਾ, ਉਹ ਹੁੰਦਾ EP। ਇਹਨਾਂ ਦੋਨਾਂ ਦਾ ਜਿਹੜਾ ਰਿਜ਼ਲਟੈਂਟ ਹੁੰਦਾ ਕਿਉਂਕਿ ਦੋਨੇ ਆਪੋਜ਼ਿਟ ਨੇ, ਉਹਨੂੰ ਆਹ ਕਹੀਦਾ E। ਇਹਦਾ ਨਾਮ ਹੈ ਰਿਡਿਊਸਡ ਇਲੈਕਟ੍ਰਿਕ ਫੀਲਡ ਇਨਸਾਈਡ ਅ ਡਾਇਲੈਕਟ੍ਰਿਕ। ਇਹਨਾਂ ਦੋਹਾਂ ਦੀ ਰੇਸ਼ੋ ਜਿਹੜੀ ਉਹ ਫਿਕਸ ਹੁੰਦੀ ਹੈ, ਯਾਨੀ ਕਿ ਜਿੰਨਾ ਬਾਹਰਲਾ ਫੀਲਡ ਹੁੰਦਾ ਤੇ ਜਿਹੜਾ ਅੰਦਰ ਨੈਟ ਫੀਲਡ ਬਚਦਾ, ਇਹਨਾਂ ਦੀ ਰੇਸ਼ੋ ਦਾ ਨਾਮ ਡਾਇਲੈਕਟ੍ਰਿਕ ਕਾਂਸਟੈਂਟ ਹੁੰਦਾ। ਠੀਕ ਹੈ, ਅਗਲਾ ਜਿਹੜਾ ਇਹ ਰਿਲੇਸ਼ਨ ਹੈ ਮੈਂ ਤੁਹਾਨੂੰ ਬਹੁਤ ਕਿਹਾ ਸੀ ਇਹਦੇ ਬਾਰੇ ਕਿ ਇਹ ਬਹੁਤ ਜ਼ਿਆਦਾ ਆਉਣਾ ਹੈ। ਮੇਰਾ ਤੁਸੀਂ ਜੋ ਲੈਕਚਰ ਦੇਖੋ, ਮੈਂ ਤੁਹਾਨੂੰ ਕਿਹਾ ਸੀ ਕਹਿੰਦੇ ਤੇ ਜਿੰਨਾ ਮਰਜ਼ੀ ਇੰਪੋਰਟੈਂਟ ਪਾ ਦਈਏ ਥੋੜਾ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਠੀਕ ਹੈ, ਤਾਂ E ਕਿਹਦੇ ਬਰਾਬਰ ਹੁੰਦਾ? ਮਾਈਨਸ ਦਾ dv/dr। dv ਕੀ ਚੀਜ਼ ਹੈ? ਨੈਗੇਟਿਵ ਸਾਈਡ ਨੂੰ ਜੇ ਭੁੱਲ ਵੀ ਜਦੋਂ ਪੋਟੈਂਸ਼ੀਅਲ ਡਿਫਰੈਂਸ ਹੈ, ਤੇ dr ਕੀ ਹੈ? ਡਿਸਟੈਂਸ ਹੈ। ਇਹਨੂੰ ਬੋਲੀਦਾ ਪੋਟੈਂਸ਼ੀਅਲ ਗ੍ਰੇਡੀਐਂਟ। ਠੀਕ ਹੈ, ਇਸ ਤੋਂ ਇਲਾਵਾ ਅਗਲਾ ਜਿਹੜਾ ਲਾਸਟ ਆਪਾਂ ਨੂੰ ਪਤਾ ਹੈ ਕਿ ਕਿਉਂਕਿ ਪੋਟੈਂਸ਼ੀਅਲ ਇੱਕ ਸਕੇਲਰ ਕੁਆਂਟੀਟੀ ਹੈ ਤਾਂ ਟੋਟਲ ਪੋਟੈਂਸ਼ੀਅਲ ਜਦੋਂ ਵੀ ਕੱਢਣਾ ਹੋਵੇ ਸਾਰੇ ਪੋਟੈਂਸ਼ੀਅਲ ਦਾ ਕੀ ਹੁੰਦਾ? ਸਮ, ਜਿੰਨੇ ਵੀ ਅਵੇਲੇਬਲ ਹੋਣ। ਸੋ ਜੇ ਤੁਹਾਨੂੰ ਇਹ ਗੱਲਾਂ ਕਲੀਅਰ ਨੇ ਤਾਂ ਇਹ ਟੌਪਿਕ ਕੁਝ ਵੀ ਨਹੀਂ ਹੈਗਾ, ਬਹੁਤ ਸੌਖਾ ਹੈ। ਕਰੀਏ, ਸ਼ੁਰੂ ਕਰਦੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲੇ ਨੰਬਰ ਤੇ ਕਿਉਂਕਿ ਕੰਪੈਰੀਜ਼ਨ ਕਰਨਾ ਹੈ, ਸਾਡੇ ਕੋਲ ਪਹਿਲਾਂ ਮੀਡੀਅਮ ਵੈਕਿਊਮ ਹੈ। ਠੀਕ ਹੈ, ਜਦੋਂ ਮੀਡੀਅਮ ਵੈਕਿਊਮ ਹੈ ਤਾਂ ਵੈਕਿਊਮ ਦੀ ਪਰਮਿਟਿਵਿਟੀ ਸਾਨੂੰ ਪਤਾ ਹੈ ਐਪਸਿਲਨ ਨੋਟ ਹੁੰਦੀ ਹੈ। ਐਂਡ ਜੇਕਰ ਮੀਡੀਅਮ ਪਹਿਲਾਂ ਵੈਕਿਊਮ ਹੈ, ਵੈਨ ਦ ਮੀਡੀਅਮ ਇਜ਼ ਵੈਕਿਊਮ, ਠੀਕ ਹੈ, ਤਾਂ ਉਦੋਂ ਕਪੈਸਿਟੈਂਸ ਕਿੰਨੀ ਹੋਏਗੀ? C ਨੋਟ। ਨੋਟ ਦਾ ਮਤਲਬ ਕੀ ਹੁੰਦਾ ਪਤਾ ਨਾ ਸਾਰਿਆਂ ਨੂੰ? ਨੋਟ ਜਦੋਂ ਵੀ ਨੀਚੇ ਪਾਇਆ ਹੋਵੇ ਨਾ ਮਤਲਬ ਵੈਕਿਊਮ ਦੀ ਗੱਲ ਕਰ ਰਹੇ ਹਾਂ ਆਪਾਂ ਆਮ ਤੌਰ ਤੇ। ਠੀਕ ਹੈ, ਤਾਂ C ਨੋਟ ਕਿਹਦੇ ਬਰਾਬਰ ਹੋਊਗਾ? A ਐਪਸਿਲਨ ਨੋਟ ਡਿਵਾਈਡਡ ਬਾਈ D। ਇਹ ਨੰਬਰ 1 ਪਾ ਦੋ। ਜਦੋਂ ਮੀਡੀਅਮ ਵੈਕਿਊਮ ਹੈ ਉਦੋਂ ਆਹ ਹੈ। ਹੁਣ ਜਦੋਂ ਮੀਡੀਅਮ ਵੈਕਿਊਮ ਨਾ ਹੋ ਕੇ ਆਹ ਡਾਇਲੈਕਟ੍ਰਿਕ ਸਲੈਬ ਪਾਤੀ, ਜਿੰਦਾ ਡਾਇਲੈਕਟ੍ਰਿਕ ਕਾਂਸਟੈਂਟ ਕਿੰਨਾ ਹੈ? ਕੈਪੀਟਲ K। ਐਂਡ ਹੋਊਗਾ ਕਿ ਇਹਦੇ ਨਾਲ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਇਧਰ ਇੱਕ ਸਲਾਈਟ ਨੈਗੇਟਿਵ ਚਾਰਜ ਆ ਜਾਣਾ। ਸਲਾਈਟ ਕਿਉਂ ਆਏਗਾ ਸਮਝਦੇ ਹੋ ਨਾ? ਜੇ ਕੰਡਕਟਰ ਹੁੰਦਾ ਤਾਂ ਪੂਰਾ ਹੀ ਇੱਧਰ ਜਿੰਨਾ ਇਹ ਪੋਜ਼ਿਟਿਵ ਸੀ ਉਨਾ ਹੀ ਨੈਗੇਟਿਵ ਹੁੰਦਾ, ਜਿੰਨਾ ਇੱਧਰ ਨੈਗੇਟਿਵ ਹੈ ਉਨਾ ਹੀ ਉੱਧਰ ਪੋਜ਼ਿਟਿਵ ਹੁੰਦਾ। ਲੇਕਿਨ ਡਾਇਲੈਕਟ੍ਰਿਕ ਢੀਠ ਹੁੰਦੇ ਨੇ। ਠੀਕ ਹੈ, ਇਹਨਾਂ ਨੂੰ ਧੱਕਾ ਕਰਨਾ ਪੈਂਦਾ। ਸੋ ਇਹਨਾਂ ਦਾ ਜਿਹੜਾ ਚਾਰਜ ਇਹਨਾਂ ਨਾਲੋਂ ਕੀ ਹੁੰਦਾ? ਉਹਨਾਂ ਨਾਲੋਂ ਘੱਟ ਹੁੰਦਾ। ਤਾਂ ਜਿੰਨੇ ਕਰਕੇ ਕੀ ਹੋਊਗਾ ਕਿ ਹੁਣ ਜਿਹੜਾ ਬਾਹਰਲਾ ਫੀਲਡ ਹੈ ਉਹ E ਨੋਟ ਹੈ, ਅੰਦਰ ਵਾਲਾ ਫੀਲਡ EP ਹੈ, ਜਿਹਦੇ ਕਰਕੇ ਅੰਦਰ ਫੀਲਡ ਘੱਟ ਜਾਂਦਾ, ਉਹਦਾ ਨਾਮ ਆਪਾਂ ਕੀ ਰੱਖਦੇ ਹਾਂ? E। ਦੋ ਜਣੇ ਇੱਕ ਦੂਜੇ ਤੋਂ ਮਾਈਨਸ ਹੋਣਗੇ ਨਾ, ਇਹਦੇ ਚੋਂ ਜਦੋਂ ਇਹ ਨੈਟ ਫੀਲਡ ਕੱਢੋਗੇ ਤਾਂ ਉਹ ਇਹਨਾਂ ਆ ਜਾਣਾ। ਮੈਂ ਵੈਕਟਰ ਸਾਈਨ ਨਹੀਂ ਪਾਇਆ, ਉਹ ਨੈਟ ਫੀਲਡ ਜਿਹੜਾ ਵੱਡਾ ਉਹਦੀ ਡਾਇਰੈਕਸ਼ਨ 'ਚ ਹੋਏਗਾ, ਯਾਨੀ ਕਿ ਐਨ ਹੋਏਗਾ। ਸਮਝਦੇ ਇਸ ਗੱਲ ਨੂੰ? ਚਲੋ ਅਗਲੀ ਗੱਲ ਕਰਦੇ ਹਾਂ। ਮੰਨ ਲਓ ਕਿ ਇਸ ਪਲੇਟ ਤੇ ਚਾਰਜ ਉਹ ਤੋਂ ਪਹਿਲਾਂ ਜਿੰਨਾ ਹੀ ਹੈ ਪਲੱਸ Q ਹੈ ਤੇ ਉਰੇ ਕਿੰਨਾ ਮਾਈਨਸ Q, ਤਾਂ ਚੇਂਜ ਹੀ ਨਹੀਂ ਹੋਇਆ ਨਾ, ਜਿੰਨਾ ਪਹਿਲਾਂ ਸੀ ਉਨਾ ਹੀ ਰਿਹਾ। ਅਸੀਂ ਕਹਿੰਦੇ ਦੇਖੋ ਵੈਨ ਅ ਡਾਇਲੈਕਟ੍ਰਿਕ ਸਲੈਬ ਇਜ਼ ਇੰਟਰੋਡਿਊਸਡ, ਥੋੜਾ ਜਲਦੀ ਕਰਵਾਈ ਚਲੋ। ਸਲੈਬ
ऑफ थिकनेस किन्नी किन्नी थिकनेस ਲਈ ਆਪਾਂ ਇਹਦੀ थिकनेस ਕਿੰਨੀ ਲਈ T is introduced between the plates ਤਾਂ ਕੀ ਹੋਊਗਾ C ਬਰਾਬਰ ਜਿਹੜਾ ਨਵਾਂ ਹੋਊਗਾ ਉਹਦਾ ਨਾਮ ਰੱਖ ਦਿੰਦੇ C ਉਹ ਬਰਾਬਰ ਹੋਊਗਾ Q divided by V ਹੁਣ what about Q and V ਦੋਨਾਂ ਚ ਕੌਣ ਬਦਲਿਆ ਕੁਆਇਟ ਆਬਵੀਅਸ ਹੈ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਕੈਪੈਸਿਟਰ ਦੀਆਂ ਪਲੇਟਸ ਤੇ ਜੇ ਪਹਿਲਾਂ +Q ਚਾਰਜ ਸੀ ਇੱਧਰ ਤੇ ਇੱਧਰ -Q ਚਾਰਜ ਸੀ ਹੁਣ ਵੀ ਉਹੀ ਹੈ ਕੈਪੈਸਿਟਰ ਦੀਆਂ ਪਲੇਟਸ ਤੇ ਚਾਰਜ ਨਹੀਂ ਬਦਲਿਆ ਕੌਣ ਹੋ ਸਕਦਾ ਆ ਜਗ੍ਹਾ ਬਦਲੀ ਇਸ ਜਗ੍ਹਾ ਦਾ ਸੀਨ ਬਦਲਿਆ ਇੱਥੇ ਫੀਲਡ ਬਦਲਿਆ ਜੇ ਇੱਥੇ ਫੀਲਡ ਬਦਲਿਆ ਇੱਥੇ ਪੱਕਾ ਪੋਟੈਂਸ਼ੀਅਲ ਵੀ ਬਦਲ ਗਿਆ ਹੋਇਆ ਸੋ ਬੇਸਿਕਲੀ ਇਹਦੇ ਤੇ ਇਹਦੇ ਵਿੱਚ ਫਰਕ ਕੀ ਪਿਆ ਤੁਸੀਂ ਕਹੋਗੇ ਸਰ ਵੀ ਇਹਦੇ ਵਿੱਚ ਇਸ ਪੂਰੇ ਸਿਨੈਰੀਓ 'ਚ ਚਾਰਜ ਵੀ ਨਹੀਂ ਚਾਰਜ ਤੇ ਵੀ ਜਿੰਨਾ ਸੀਗਾ ਇਸ ਕੇਸ 'ਚ ਚਾਰਜ ਤਾਂ ਉਨਾ ਹੀ ਰਿਹਾ ਪਰ ਵੀ ਬਦਲ ਗਿਆ ਸੋ ਆਪਣੀ ਜਿਹੜਾ ਆਪਣਾ ਧਿਆਨ ਹੋਊਗਾ ਸਾਰੇ ਦਾ ਸਾਰਾ ਉਹ ਇਹਦੇ ਤੇ ਹੋਊਗਾ ਬੇਟੇ ਵੀ ਇਹਨੂੰ ਕੀ ਫਰਕ ਪਿਆ ਠੀਕ ਹੈ ਮੈਂ ਇਸ ਇਕੁਏਸ਼ਨ ਨੂੰ ਸਟਾਰ ਇਕੁਏਸ਼ਨ ਪਾ ਦੇਣਾ ਐਂਡ ਮੈਂ ਹੁਣ ਜਿਹੜਾ ਮੇਰੀ ਭਾਲ ਹੋਏਗੀ ਸਰਚ ਹੋਏਗੀ ਸਿਰਫ V ਤੇ ਹੋਏਗੀ ਵੀ V ਨੂੰ ਕੀ ਫਰਕ ਪਿਆ ਹੈ ਆਪਾਂ ਕਹਿੰਦੇ ਆ ਨੋ V ਕਿੱਦਾਂ ਦਾ ਹੁੰਦਾ ਸਾਨੂੰ ਪਤਾ ਹੈ ਕਿ V ਪੋਟੈਂਸ਼ੀਅਲ ਹੈ ਤੇ ਪੋਟੈਂਸ਼ੀਅਲ ਕਿੱਦਾਂ ਦਾ ਹੁੰਦਾ ਇੱਕ ਸਕੇਲਰ ਕੁਆਂਟੀਟੀ ਸਕੇਲਰ ਮਤਲਬ ਕਿਵੇਂ ਕਰੋਗੇ ਸਿੰਪਲੀ ਐਡ ਕਰਾਂਗੇ ਜਿੰਨੇ ਵੀ ਅਵੇਲੇਬਲ ਨੇ ਠੀਕ ਹੈ ਹੁਣ ਜਿਹੜਾ V ਹੈ ਨਾ V ਦੋ ਜਗ੍ਹਾ ਤੇ ਐਗਜ਼ਿਸਟ ਕਰਦਾ ਬੇਟਾ ਪੋਟੈਂਸ਼ੀਅਲ ਠੀਕ ਹੈ ਕਿਉਂਕਿ ਸਾਡਾ ਫੀਲਡ ਅਲੱਗ-ਅਲੱਗ ਜਗ੍ਹਾ ਤੇ ਇੱਥੇ ਅਲੱਗ ਫੀਲਡ ਹੈ ਉਹਦੇ ਅੰਦਰ ਅਲੱਗ ਫੀਲਡ ਹੈ ਅੰਦਰ ਵਾਲੇ ਫੀਲਡ ਦਾ ਨਾਮ ਹੈ E ਇਹ ਰਿਜ਼ਲਟੈਂਟ ਫੀਲਡ ਹੈ ਐਂਡ ਬਾਹਰ ਇੱਥੇ ਕਿਹੜਾ ਫੀਲਡ ਹੈ ਬੇਟਾ ਉਹ ਐਕਸਟਰਨਲ ਆ ਵਾਲਾ ਫੀਲਡ ਹੈ ਸੋ ਅਸੀਂ ਕਹਾਂਗੇ V ਤੇ ਕਿ ਦੋ ਵੈਲਿਊਜ਼ ਕੱਢਾਂਗੇ ਇੱਕ ਇਨਸਾਈਡ ਦੀ ਡਾਇਰੈਕਟਰੀ ਕੱਢਾਂਗੇ I ਸਟੈਂਡਸ ਫॉर ਇਨਸਾਈਡ ਦੀ ਡਾਇਰੈਕਟਰੀ ਦੂਜੀ ਜਿਹੜੀ ਵੈਲਿਊ ਕੱਢਾਂਗੇ VO ਆਊਟਸਾਈਡ ਦੀ ਡਾਇਰੈਕਟਰੀ ਠੀਕ ਹੈ ਸੋ ਮੈਂ ਇਹਨੂੰ ਨੰਬਰ 1 ਪਾਉਣਾ ਇਧਰ ਲੈ ਆਉਣਾ ਬੇਟੇ ਅਸੀਂ ਕਹਿੰਦੇ ਦੇਖੋ V ਜਿਹੜਾ ਹੈ ਉਹ ਬਰਾਬਰ ਕਿੰਦੇ ਹੈ VI ਤੇ VO ਦੇ ਹਨਾ ਮੈਂ ਪਹਿਲਾਂ VO ਦੀ ਗੱਲ ਤੁਹਾਡੇ ਨਾਲ ਪਹਿਲਾਂ ਕਰਨ ਲੱਗਾ ਐਂ ਕਰਦੇ ਇਧਰ ਹੀ ਪਹਿਲਾਂ O ਲਿਖ ਦਿੰਦੇ ਆ ਕਿਉਂਕਿ ਮੈਂ ਇਹਨੂੰ ਪਹਿਲਾਂ ਲਿਖਣਾ ਚਾਹੁੰਦਾ ਇਹਨੂੰ ਬਾਅਦ ਚ ਲਿਖਣਾ ਚਾਹੁੰਦਾ ਹੁਣ ਆਪਾਂ ਕੀ ਕਰਦੇ ਆ ਕਿ VO ਜਿਹੜਾ ਹੈ ਉਹਦੀ ਗੱਲ ਕਰਦੇ ਆ ਬਾਹਰ ਕਿੰਨਾ ਫੀਲਡ ਹੈ ਤਾਂ ਅਸੀਂ ਕਹਾਂਗੇ ਬਾਹਰ ਫੀਲਡ ਦੇ ਲਈ ਸਾਨੂੰ ਇੱਕ ਫਾਰਮੂਲਾ ਹੁੰਦਾ ਹੈ ਬਾਈ ਕਿ E ਬਰਾਬਰ ਹੁੰਦਾ ਹੈ dV/dr ਠੀਕ ਹੈ ਆ ਫਾਰਮੂਲਾ ਸਾਡੇ ਕੋਲ ਮਤਲਬ ਉੱਤੇ ਪੋਟੈਂਸ਼ੀਅਲ ਡਿਫਰੈਂਸ ਤੇ ਨੀਚੇ ਕੀ ਆ ਜਾਂਦਾ ਡਿਸਟੈਂਸ ਹੈ ਨਾ ਜਾਂ ਪੋਟੈਂਸ਼ੀਅਲ ਤੇ ਨੀਚੇ ਡਿਸਟੈਂਸ ਆ ਜਾਏਗਾ ਮੈਨੂੰ ਜੇ ਕੋਈ ਇਹ ਪੁੱਛੇ ਕਿ ਬਈ ਬਾਹਰ ਦੀ ਕੀ ਸੀਨ ਹੈ ਮੈਂ ਬੋਲਾਂਗਾ V ਦੀ ਵੈਲਿਊ ਇੱਥੋਂ ਕਿੰਨੀ ਆਏਗੀ ED ਬਾਹਰ E ਕਿੰਨਾ ਹੈ ਬਾਹਰ E ਦਾ ਨਾਮ ਹੈ E0 ਆਈ ਗੈਟਿੰਗ ਮਾਈ ਪੁਆਇੰਟ ਬਾਹਰ E0 ਹੈ ਬਾਹਰ ਦੀ ਜਗ੍ਹਾ ਕਿੰਨੀ ਹੈ ਆ ਵਾਲੀ ਇੰਨੀ ਜੇ ਮੰਨ ਲਓ ਆ ਟੋਟਲ 15 ਸੈਂਟੀਮੀਟਰ ਹੈ 15 ਉਹਦੇ ਵਿੱਚੋਂ 7 ਸੈਂਟੀਮੀਟਰ ਆ ਹੋਇਆ ਤਾਂ ਖਾਲੀ ਜਗ੍ਹਾ ਕਿੰਨੀ ਹੋਈ ਆ 15 ਆ 7 ਖਾਲੀ ਜਗ੍ਹਾ ਕਿੰਨੀ ਬਣੀ 15 - 7 ਕਰੋਗੇ ਨਾ ਯਾਨੀ ਕਿ 8 ਤੇ ਇਹਨਾਂ ਤੋਂ ਟੋਟਲ D ਦੇ ਵਿੱਚੋਂ ਮੈਨੂੰ T ਮਾਈਨਸ ਕਰ ਦੇਣਾ ਚਾਹੀਦਾ ਸੋ ਬਾਹਰ ਵਾਲੀ ਜਗ੍ਹਾ ਕਿੰਨੀ ਬਚੀ D - T ਇਸ ਇਟ ਓਕੇ ਫਾਈਨ ਨਾ ਅੱਗੇ ਚੱਲਦੇ ਹੁਣ ਅੰਦਰ ਆ ਜਾਓ ਅੰਦਰ ਦੀ ਗੱਲ ਕਰੋ ਕਹਿੰਦੇ ਵੀ ਅੰਦਰ ਕਿੰਨਾ ਫੀਲਡ ਹੈ ਅਸੀਂ ਕਿ ਅੰਦਰ ਫੀਲਡ ਦਾ ਨਾਮ ਹੈ ਆਹਾ E ਓਕੇ ਕਹਿੰਦਾ ਜੀ ਅਸੀਂ ਕਿ ਵੀ ਹੋਰ ਕੀ ਗੱਲਬਾਤ ਚਾਹੀਦੀ ਕਹਿੰਦਾ ਇੱਕ E ਚਾਹੀਦਾ ਹੁੰਦਾ ਇੱਕ ਡਿਸਟੈਂਸ ਚਾਹੀਦਾ ਹੁੰਦਾ ਅੰਦਰ ਵਾਲਾ ਮਤਲਬ ਅੰਦਰ ਵਾਲੀ ਥਿਕਨੈਸ ਕਿੰਨੀ ਹੈ ਹੁਣ ਇਹਦੀ ਥਿਕਨੈਸ ਕਿੰਨੀ ਜਿੱਥੇ ਇਹ ਵਾਲਾ ਫੀਲਡ ਐਗਜ਼ਿਸਟ ਕਰਦਾ ਇਹ ਇੰਨੀ ਜਗ੍ਹਾ ਤੇ ਐਗਜ਼ਿਸਟ ਕਰਦਾ ਇਹਦਾ ਨਾਮ ਆਪਾਂ ਕੀ ਰੱਖਦੇ ਨੇ ਬੇਟੇ T ਇਜ਼ ਦੈਟ ਓਕੇ ਸੋ ਇਹਦਾ ਮਤਲਬ ਪੱਕੀ ਗੱਲ ਇਹ ਹੈ ਕਿ ਸਾਡੇ ਕੋਲ ਜਿਹੜਾ ਆਨਸਰ ਇੱਕ ਵਾਰ ਆ ਬਣ ਗਿਆ ਇਹ ਮੈਂ ਜੇ ਕਹੋ ਇਹਨੂੰ ਏਜ ਕਰਕੇ ਅਗਲੀ ਗੱਲ ਤੁਹਾਡੇ ਨਾਲ ਕਰਾਂ ਹੁਣ ਸਾਨੂੰ ਪਤਾ ਹੈ ਕਿ ਜਿਹੜਾ E ਹੁੰਦਾ ਨਾ E0 ਡਿਵਾਈਡਡ ਬਾਈ E ਬਰਾਬਰ ਹੁੰਦਾ ਕੈਪੀਟਲ K ਦੇ ਠੀਕ ਹੈ ਇੱਥੋਂ ਜੇ ਮੈਨੂੰ ਕੋਈ E ਦੀ ਵੈਲਿਊ ਕਹੇ ਤਾਂ ਕਿੰਨੀ ਆਏਗੀ ਭਲਾ E ਦੀ E ਉਧਰ ਚਲਾ ਗਿਆ ਕੈਪੀਟਲ K ਨੀਚੇ ਆ ਗਿਆ ਇਹਦਾ ਮਤਲਬ ਇਹ ਕਿ ਪੱਕੀ ਗੱਲ ਇਹ ਹੈ ਕਿ ਸਾਡਾ V ਕਿੰਨੇ ਬਰਾਬਰ ਆ ਗਿਆ E0 * D - T ਪਲੱਸ ਕਿੰਨਾ ਪਲੱਸ E ਦੀ ਵੈਲਿਊ ਭਰਾਂਗੇ ਤਾਂ ਕਿੰਨੀ ਆਏਗੀ E0/K ਕਿੰਨਾ T 5 ਨੰਬਰ ਦਾ ਕੁਐਸਚਨ ਹੈ ਪੁੱਤਰੋ ਧਿਆਨ ਨਾਲ ਅੱਛੇ ਤਰੀਕੇ ਨਾਲ ਸਮਝ ਲਓ ਕੁਝ ਨਹੀਂ ਕੀਤਾ ਅਜੇ ਤੱਕ ਆਪਾਂ ਸਿਰਫ V ਦੇ ਪਿੱਛੇ ਪਏ ਹੋਏ ਆ V ਦੀਆਂ ਦੋ ਵੈਲਿਊਜ਼ ਕੱਢ ਰਹੇ ਹਾਂ ਠੀਕ ਹੈ ਹੁਣ ਅਗਲੀ ਗੱਲ ਇਹਨਾਂ ਦੋਨਾਂ ਚ ਕਾਮਨ ਕੀ ਆਇਆ ਬੇਟੇ ਉਹ ਆ ਗਿਆ E0 ਕਾਮਨ ਆ ਗਿਆ ਅੰਦਰ ਕਿੰਨਾ ਬਚਿਆ ਬੇਟਾ ਇੱਕ ਬਚਿਆ D - T ਪਲੱਸ ਦਾ T/K ਆ ਗਿਆ ਹੈਨਾ ਇੱਥੇ ਮੈਂ ਕੀ ਕਰਦਾ ਕਿ ਇਹਨਾਂ ਦੋਹਾਂ ਦੇ ਕੋਲੋਂ ਇੱਕ ਮਾਈਨਸ ਦਾ T ਕਾਮਨ ਕੱਢ ਲੈਣਾ ਆ ਸੀ ਨਾ ਮਾਈਨਸ ਦਾ T ਜਦੋਂ ਕਾਮਨ ਕੱਢੋਗੇ ਅੰਦਰ ਬਚੇਗਾ 1 - 1/K ਜੇ ਨਹੀਂ ਸਮਝ ਲੱਗੀ ਇੱਕ ਵਾਰੀ ਥੋੜਾ ਜਿਹਾ ਬੈਕ ਪ੍ਰੈਸ ਕਰਕੇ ਦੇਖ ਲਓ ਮੈਂ ਕੀ ਕੀਤਾ ਜਾਂ ਫਿਰ ਇਦਾਂ ਸੁਣੋ ਕਿ ਜਦੋਂ ਇਹ ਅੰਦਰ ਜਾਏਗਾ ਤਾਂ ਮਾਈਨਸ ਦਾ T ਉਹ ਆ ਪਿਆ ਜਦੋਂ ਇਹ ਅੰਦਰ ਜਾਏਗਾ ਮਾਈਨਸ ਪਲੱਸ T/K ਉਹ ਆ ਪਿਆ E0 ਮੈਂ ਕੱਢ ਲਿਆ ਕਾਮਨ ਬੇਟਾ we know ਕਿ E0 ਕਿਹਦੇ ਬਰਾਬਰ ਹੁੰਦਾ ਹੈ E0 ਬਰਾਬਰ ਹੁੰਦਾ ਹੈ σ/ε0 we know this where sigma is surface charge density of this plate plus sigma in the minus sigma right
इंटू कितना बेटे d माइनस टी इंटू कितना 1 माइनस 1 बाई के। लास्ट स्टेप अपना इस क्वेश्चन का सिग्मा कौन होंगे सिग्मा वी नो कि कितने बराबर होता है क्यू बाय ए दे आ लिखता ठीक है। सो ये आ गया इतने नाल रीजन लिखी जी होंगे ने कि जी आ कितों आया बिकॉज सानू पता है कि फील्ड बराबर होता है सिग्मा बाय एप्सिलॉन नॉट। इत्थे की कीता वी नो कि बिकॉज सिग्मा कितने बराबर होता है क्यू बाय ए दे राइट। आ जरूरी होता सारा नाल लिखना। हुण ये आ गया ये बेटे नंबर पा दो तुसी से 2 पा दो। हुण आपां नूं ये पता है कि इस फॉर्मूले च जाके आपां v दी वैल्यू भरनी सी ठीक है भर दो जाके। तो यूजिंग 2 इन स्टार ठीक है स्टार च भरदे आ पर रल के ध्यान नाल जल्दी जल्दी भर दिंदे आ q डिवाइडेड बाय v कितना बनू बेटे v कितना साडे कोल q डिवाइडेड बाय कितना a एप्सिलॉन नॉट ते नाल कितना d माइनस कितना t इंटू कितना 1 माइनस 1 बाय k ठीक है। एंड जदों तुसी कटोगे q नाल q कट्टिया गया इजंट इट इहदा मतलब तुहाडा c कितने बराबर आ गया शाबाश बोलो आ a एप्सिलॉन नॉट ऊपर चला गया जदों a एप्सिलॉन नॉट ऊपर गया तो a एप्सिलॉन नॉट डिवाइडेड बाय d माइनस t इंटू कितना 1 माइनस 1 बाय k। सो यह तुहाडे कोल c आ गया क्लीयर सारे। हुण इत्थे ये गल नोटिस करने वाली है कि इहदे ते इहदे विच फर्क की पिया इहदे ते इहदे विच फर्क की पिया। एक बार बेटा ऐ करो इहदी स्क्रीनशॉट ले लो इहनूं पढ़ना है तुसीं दोबारा सारे ने ठीक है ले लो स्क्रीनशॉट राइट। तो मैं आपकी गल नूं इधर शुरू करदा हूं ध्यान नाल सुनियो आ मैं इरेज कर रहा कि भाई मेरा जिहड़ा आंसर है ना ये बहुत जरूरी पार्ट है बेटे पेपर च करके आउण दे लई। फिर आपां इहदी डेमोनस्ट्रेशन देखदे हां ठीक है एंड वधिया देखांगे। इहनूं सुनो कि जिहड़ा सी दी जदों आपां वैल्यू भरांगे इत्थे लिया के हुण आपां कंपैरिजन करना पुੱਤਰ कि की फर्क पिया है। डायरैक्टरी पाउण दा फायदा है कि नुकसान है वैसे मैं एक गल दसां जिन्हां बच्चों ने पिछले लेक्चर देखे हुए ने उन्होंने सब पता है कि फायदा है कि नुकसान है डायरैक्टरी पाउण दा। फिर भी मैं गल कर रहा सुनो ध्यान नाल इहदा न्यूमरेटर a एप्सिलॉन नॉट इस पूरे केस का भी न्यूमरेटर जिहड़ा है वो साडा a एप्सिलॉन नॉट ही है। सो न्यूमरेटर नूं कोई फर्क नहीं पिया डिनोमिनेटर नूं फर्क पिया होया इहदा d है इहदा d चों जिहड़ा चीज माइनस हो रही है उहदे बारे सोचते हैं। हुण मेरे नाल सुनना प्लीज ध्यान नाल ठीक है। हुंदा की है जेकर k की गल करा k ऑलवेज वैक्यूम तो इलावा सारे मीडियम वास्ते 1 तो बड़ा होंदा ठीक है। जिवें फॉर एग्जांपल तुसीं इदां सोच लो कि किसी मीडियम का k 2 है कितना k 2 डायलैक्ट्रिक कांस्टेंट की वैल्यू 2 है k डायमेंशनलैस होंदा है तुहानूं पता होना चाहिए। जदों इत्थे 2 भरोगे तो 1 माइनस 1 बाय 2 कितना हो जाएगा 1 माइनस 1 बाय 2 इज 1 बाय 2 है ना। ये मतलब d चों t बाय 2 माइनस हो जाएगा। आई होप समझ रहे हो जे d चों कुछ भी माइनस होएगा तो d नालों आंसर जिन्ना d है उहदे नालों आंसर पक्का की होएगा घट आएगा। जे बड़ा छोटा हो जाए तो आंसर पक्का की होएगा वड्डा होएगा। गल समझ लगी। हुण अगली गल सुनो ध्यान नाल वेरी वेरी इंपॉर्टेंट जे मैं k की वैल्यू होर वड्डी कर दियां मान लो कि मैं इत्थे वाटर की गल करा मैं 2 प्लेट्स दे विच वैक्यूम जिहड़ा मीडियम है उहदी पानी भर देवां किसी तरीके नाल जे पानी भरांगे तो k की वैल्यू कितनी हो जाएगी k की वैल्यू अप्रोक्सीमेटली 80 मान लो। जे 1/80 ਨੂੰ ਸੋਲਵ ਕਰੋਗੇ ਤਾਂ 1/80 ਬਹੁਤ ਛੋਟਾ ਨੰਬਰ ਹੈ 1/80 ਇਜ਼ ਵੈਰੀ ਸਮਾਲ। ਜਦੋਂ 1/80 1 ਚੋਂ ਮਾਈਨਸ ਹੋਏਗਾ ਤਾਂ ਜਿਹੜਾ ਆਨਸਰ ਆਊਗਾ 79/80 ਹੋਊਗਾ ਬੇਟੇ। ਇਹਨੂੰ ਮਾਈਨਸ ਕਰੋਗੇ ਤਾਂ 79/80 ਇਨਟੂ t ਕਰੋਗੇ ਨਾ ਤਾਂ ਇਹ ਹੁਣ ਅਪਰੋਕਸੀਮੇਟਲੀ t ਜਿੰਨਾ ਹੀ ਬਣਨ ਲੱਗ ਪਿਆ ਲਗਭਗ ਹੈ ਨਾ t ਇਨਟੂ 80/80 ਹੁੰਦਾ ਤਾਂ 1 ਬਣ ਜਾਂਦਾ। ਇਹਦਾ ਮਤਲਬ ਹੈ t ਦੇ ਕਾਫੀ ਨੇੜੇ ਚਲਾ ਗਿਆ ਨੰਬਰ ਯਾਨੀ ਕਿ ਪਹਿਲਾਂ t/2 ਮਾਈਨਸ ਹੋ ਰਿਹਾ ਸੀ ਹੁਣ लगभग t माइनस हो रहा है। जो ज्यादा माइनस करोगे उन्ना ही छोटा ज्यादा होएगा जिन्ना ही छोटा ज्यादा होएगा उन्नी कैपेसिटेंस होर ਵਧੇਗੀ। ਹੁਣ ਇੱਕ ਹੋਰ ਤੁਹਾਨੂੰ ਵਧੀਆ ਗੱਲ ਦੱਸਦਾ ਨੋਟ ਕਰ ਲਿਓ ਇਹਨੂੰ ਸਾਰੇ ਜਣੇ ਮੈਂ k ਨੂੰ ਹੋਰ ਵਧਾਉਣਾ ਜੇ ਮੈਂ ਮੰਨ ਲਓ ਇਹਦੀ ਜਗ੍ਹਾ ਤੇ ਇੱਕ ਕੰਡਕਟਿੰਗ ਪਲੇਟ ਰੱਖ ਦਿੰਦਾ ਫਿਰ ਕੀ ਹੁੰਦਾ ਕੰਡਕਟਿੰਗ ਸਮਝ ਇੱਕ ਮੈਟਲ ਪਲੇਟ ਹੀ ਵਿੱਚ ਰੱਖ ਦਿੰਦਾ ਦੈਨ ਵਾਟ ਕੁਡ ਹੈਵ ਹੈਪਨਡ ਅਸੀਂ k ਨੂੰ ਹੌਲੀ ਹੌਲੀ ਵਧਾਉਂਦੇ ਗਏ ਆ। ਹੁਣ ਜਿਹੜੇ ਮੈਟਲ ਹੁੰਦੇ ਨਾ ਮੈਟਲ ਦਾ k ਜਿਹੜਾ ਉਹ ਇਨਫਾਈਨਾਈਟ ਹੁੰਦਾ ਇਹਨੂੰ ਰਿਜ਼ਲਟ ਨੂੰ ਤੁਸੀਂ ਯਾਦ ਕਰ ਲੈਣਾ ਠੀਕ ਹੈ। ਜਦੋਂ ਤੁਸੀਂ ਇੱਥੇ ਇਨਫਾਈਨਾਈਟ ਭਰੋਗੇ ਤਾਂ 1/infinite इज 0 है ना तो फिर ਤੁਹਾਡਾ c ਕਿੰਨੇ ਬਰਾਬਰ ਆ ਜਾਏਗਾ a एप्सिलॉन नॉट डिवाइडेड बाय कितना d माइनस t 1 माइनस 0 कितना ਹੁੰਦਾ है 1 माइनस 0 इज 1। सो ਇਹਦਾ ਮਤਲਬ ਤੁਹਾਡੀ ਕੈਪੈਸਿਟੈਂਸ ਕਿੰਨੀ ਆ ਗਈ ਇੰਨੀ ਆ ਗਈ ਇਹ ਹੋਰ ਵੱਧ ਗਈ। ਕਿਵੇਂ ਵੱਧ ਗਈ ਕਿਉਂਕਿ ਜਿੰਨਾ d ਚੋਂ ਮੈਕਸਿਮਮ ਮਾਈਨਸ ਹੋ ਸਕਦਾ ਸੀਗਾ ਅਰੇ ਯਾਰ ਪਹਿਲਾਂ t/2 ਮਾਈਨਸ ਹੋਇਆ ਫਿਰ ਲਗਭਗ ਜਿਹੜਾ ਦੂਜੀ ਵਾਰੀ ਆਇਆ ਵਾਟਰ ਵਾਲੇ ਕੇਸ ਚੋਂ ਲਗਭਗ t ਮਾਈਨਸ ਹੋਇਆ। ਜਿੰਨਾ ਜ਼ਿਆਦਾ ਮਾਈਨਸ ਕਰੋਗੇ उन्ना ही छोटा ज्यादा होता जाएगा जिन्ना ही छोटा ज्यादा होता जाएगा उन्ना आंसर की होता जाएगा बड़ा होता जाएगा।
ਸੋ ਇਹ ਇਸ ਰਿਜ਼ਲਟ ਨੂੰ ਯਾਦ ਰੱਖਣਾ ਕਿ ਤੁਸੀਂ ਲਿਖ ਲਓ ਕਿ ਫॉर ਕੰਡਕਟਿੰਗ ਪਲੇਟ ਆਨਸਰ ਹੁੰਦਾ ਹੈ, ਠੀਕ ਹੈ। ਆਹ ਵਾਲਾ ਫੈਕਟਰ ਨਹੀਂ ਆਉਂਦਾ ਬਸ, ਕਿਉਂਕਿ 1/∞ 0 ਹੋ ਜਾਂਦਾ। ਸੋ ਓਕੇ, ਸੋ ਆਓ ਇਹਨੂੰ ਆਪਾਂ ਪ੍ਰੈਕਟੀਕਲੀ ਚੈੱਕ ਕਰੀਏ ਕਿ ਆਪਾਂ ਕਿੰਨਾ ਕੇਸ ਵੈਰੀਫਾਈ ਕਰ ਸਕਦੇ ਇਹਦੇ ਨਾਲ, ਠੀਕ ਹੈ। ਸੋ ਲੈਟ ਅਸ ਸਟਾਰਟ। ਮੈਂ ਸੈਟਅਪ ਲਾ ਲਵਾਂ। ਸੋ ਬੇਟਾ ਸੈਟਅਪ ਆਪਾਂ ਲਾ ਲਿਆ ਐਂਡ ਜੇ ਤਾਂ ਤੁਸੀਂ ਜਿਹੜਾ ਲੈਕਚਰ ਇਸ ਤੋਂ ਪਿਛਲਾ ਸੁਣਿਆ ਹੋਇਆ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ। ਜਿਨ੍ਹਾਂ ਨੇ ਨਹੀਂ ਸੁਣਿਆ ਵੈਸੇ ਤਾਂ ਉਹਨੂੰ ਸੁਣ ਕੇ ਆਓ, ਤੁਹਾਨੂੰ ਜ਼ਿਆਦਾ ਨਜ਼ਾਰਾ ਆਏਗਾ ਇਹਨੂੰ ਵੇਖਣ ਦਾ ਹੁਣ। ਪਰ ਜਿਹੜੇ ਨਵੇਂ ਨੇ, ਜਿਨ੍ਹਾਂ ਨੇ ਨਹੀਂ ਸੁਣਿਆ, ਉਹਨਾਂ ਨੂੰ ਦੱਸਦਾ ਕਿ ਦੋ ਪਲੇਟਸ ਨੇ ਪੈਰਲਲ ਐਂਡ ਆਪਾਂ ਵੈਰੀਫਾਈ ਕੀ ਕਰ ਰਹੇ ਹਾਂ, ਆਹ ਵਾਲਾ ਫਾਰਮੂਲਾ, ਕਿ ਵਾਕਈ ਕਪੈਸਿਟੈਂਸ ਡਾਇਲੈਕਟ੍ਰਿਕ ਕਾਂਸਟੈਂਟ ਦੇ ਨਾਲ ਫਰਕ ਪੈਂਦਾ ਹੈ। ਜਿਵੇਂ ਜਿਵੇਂ ਵਧੇਗਾ ਇਹ ਵਾਲਾ ਚੀਜ਼, ਉਵੇਂ ਉਵੇਂ ਇਹ ਵੀ ਵਧੇਗਾ, ਠੀਕ ਹੈ। ਹੁਣ ਤੁਹਾਨੂੰ ਮੈਥਮੈਟੀਕਲੀ ਗੱਲ ਕਰ ਚੁੱਕਿਆ ਮੈਂ। ਸੋ ਕੀਤਾ ਕੀ ਹੈ ਕਿ ਦੋ ਆਪਾਂ ਕਿਚਨ ਤੋਂ ਹੀ ਪਲੇਟਸ ਚੱਕੀਆਂ। ਇੱਕ ਤਾਰ ਆ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਤਾਰ ਇੱਕ ਨੀਚੇ ਤੋਂ ਆਈ ਹੈ, ਇੱਦਾਂ ਹੀ ਇੱਕ ਇੱਧਰੋਂ ਨੀਚੇ ਵਾਲੀ ਪਲੇਟ ਤੋਂ ਤਾਰ ਹੈ, ਦੋਨਾਂ ਨੂੰ ਆਪਾਂ ਇੱਥੇ ਅਟੈਚ ਕੀਤਾ ਹੋਇਆ। ਸਾਰੀ ਡਿਟੇਲ ਦੇਖਣ ਲਈ ਤੁਹਾਨੂੰ ਬੈਕ ਉਸ ਵੀਡੀਓ ਤੇ ਜਾਣਾ ਪੈਣਾ ਹੈ ਤਾਂ ਕਿ ਆਪਾਂ ਟਾਈਮ ਬਚਾ ਸਕੀਏ। ਹੁਣ ਇਹਨਾਂ ਦੇ ਵਿਚਕਾਰ ਤੁਸੀਂ ਦੇਖ ਰਹੇ ਹੋਵੋਗੇ ਕਿ ਡਿਸਟੈਂਸ ਹੈਗਾ, ਹੈ ਨਾ। ਜੇ ਇਹ ਡਿਸਟੈਂਸ ਹੈਗਾ, ਇਹ ਆਪਣਾ D ਹੈ। ਹੁਣ ਆਪਾਂ ਕਰਨਾ ਕੀ ਹੈ, ਤੁਸੀਂ ਪਹਿਲਾਂ ਕੈਮਰੇ ਤੇ ਨੋਟ ਕਰਨਾ ਕਿ ਤੁਹਾਨੂੰ ਆਫ ਕੋਰਸ ਮੋਬਾਈਲ ਰੱਖਿਆ ਹੋਇਆ, ਇਸ ਕੈਮਰੇ ਦੀ ਜਿਹੜੀ ਇਹਦੇ ਕੈਮਰੇ ਦੀ ਆਊਟਪੁੱਟ ਹੈ ਉਹ ਤੁਹਾਨੂੰ ਸਕਰੀਨ ਤੇ ਹੁਣੇ ਦਿਖਾ ਦੇਣਾ। ਰਾਈਟ, ਤਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਸਕਰੀਨ ਜਿਹੜੀ ਹੈ। ਆਪਾਂ ਕੀ ਕਰਨ ਲੱਗਿਆ, ਕੈਮਰਾ ਰਾਈਟ, ਤਾਂ ਤੁਸੀਂ ਜਿਹੜਾ ਇਹ ਮੀਟਰ ਦੇਖ ਪਾ ਰਹੇ ਹੋ, ਇਹਦੇ ਵਿੱਚ ਪਹਿਲੇ ਨੰਬਰ ਤੇ ਮੈਂ ਕੋਈ ਮੀਡੀਅਮ ਨਹੀਂ ਪਾਇਆ ਹੋਇਆ, ਤਾਂ ਮੈਂ ਕਪੈਸਿਟੈਂਸ ਦੇਖਣਾ ਚਾਹੁੰਦਾ ਵੀ ਕਿੰਨੀ ਹੈ। ਤਾਂ ਇਹ ਮੀਟਰ ਮੈਨੂੰ ਦੱਸਦਾ ਹੈ ਕਿ 61 ਪੀਕੋਫੈਰਡ ਦੀ ਕਪੈਸਿਟੈਂਸ ਹੈ। ਇਹਨੂੰ ਨੋਟ ਕਰ ਲਓ ਸਾਰੇ ਜਣੇ, ਠੀਕ ਹੈ। ਸੋ ਰਾਈਟ ਨਾਓ ਮੇਰਾ ਜਿਹੜਾ C0 ਹੈ ਆਹ ਵਾਲਾ, ਜਦੋਂ ਮੀਡੀਅਮ ਵੈਕਿਊਮ ਜਾਂ 에ਅਰ ਹੈ ਉਦੋਂ ਕਪੈਸਿਟੈਂਸ ਕਿੰਨੀ ਹੈ, 61 ਪੀਕੋਫੈਰਡ। ਹੁਣ ਆਪਾਂ ਕੀ ਕਰਨ ਲੱਗੇ ਹਾਂ, ਮੀਡੀਅਮ ਕਿਹੜਾ ਯੂਜ਼ ਕਰਾਂਗੇ। ਫਿਲਹਾਲ ਇੱਕ ਵਾਰ ਤੁਸੀਂ ਆਹ ਦੇਖੋ ਕਿ ਮੇਰੇ ਕੋਲ ਦੋ ਸ਼ੀਟਸ ਨੇ, ਇੱਕ ਗਲਾਸ ਦੀ ਹੈ ਤੇ ਇੱਕ ਅਕ੍ਰਾਈਲਿਕ ਸ਼ੀਟ ਹੈ। ਤਾਂ ਪਹਿਲੇ ਨੰਬਰ ਤੇ ਮੈਂ ਅਕ੍ਰਾਈਲਿਕ ਸ਼ੀਟ ਪਾਉਣਾ। ਕੁਆਇਟ ਓਬਵੀਅਸ ਹੈ ਕਿ ਜਿਹੜੀ ਇਹਦੀ ਥਿਕਨੈਸ ਹੈ, ਆਹ ਵਾਲੀ ਥਿਕਨੈਸ, ਆਫ ਕੋਰਸ ਉਸ ਡਿਸਟੈਂਸ ਤੋਂ ਮੈਂ ਘੱਟ ਲਈ ਹੋਈ ਹੈ, ਯਾਨੀ ਕਿ ਆਹ ਵਾਲਾ ਕੇਸ ਹੋ ਗਿਆ ਕਿ D ਨਾਲੋਂ T ਕੀ ਹੈ, ਘੱਟ ਹੈ। ਇਸ ਦਾ ਕਿਉਂਕਿ ਪੂਰਾ ਵਿੱਚ ਡਾਇਲੈਕਟ੍ਰਿਕ ਮੀਡੀਅਮ ਨਹੀਂ ਪੜਿਆ, ਮੈਂ ਪਿਛਲੇ ਲੈਕਚਰ 'ਚ ਵੀ ਦੱਸਦਾ ਸੀਗਾ। ਹੁਣ ਜਿੱਦਾਂ ਹੀ ਮੈਂ ਇਹਨੂੰ ਵਿੱਚ ਇਨਸਰਟ ਕਰਦਾ, ਇਨਸਰਟ ਕਰਕੇ ਇੱਕ ਗੱਲ ਹੋਰ ਧਿਆਨ 'ਚ ਰੱਖਿਓ। ਹੁਣ ਤੁਸੀਂ ਇਹ ਨਹੀਂ ਕਹਿਣਾ ਕਿ ਸਰ ਵੀ ਇਹਦੀ ਲੋਕੇਸ਼ਨ ਕੀ ਰੱਖਣੀ ਹੈ, ਮਤਲਬ ਇਹਨੂੰ ਕਿੱਧਰ ਰੱਖਣਾ ਹੈ, ਮਿਡਲ 'ਚ ਰੱਖਣਾ ਹੈ। ਮਿਡਲ 'ਚ ਰੱਖਣਾ ਕੋਈ ਜ਼ਰੂਰੀ ਨਹੀਂ ਹੈ, ਜਿੱਧਰ ਮਰਜ਼ੀ ਸ਼ਿਫਟ ਕਰ ਦਿਓ। ਨਾ ਹੀ ਕਿਤੇ ਫਾਰਮੂਲੇ 'ਚ ਮੈਂ ਇਦਾਂ ਦੀ ਗੱਲ ਕਹੀ ਹੈ ਕਿਤੇ ਵੀ, ਮਤਲਬ ਜਿੱਧਰ ਵੀ ਸ਼ਿਫਟ ਕਰੋਗੇ ਬਾਕੀ ਦੀ ਜਗ੍ਹਾ D - T ਹੀ ਰਹਿਣੀ ਹੈ, ਹਨਾ, ਤੇ ਅੰਦਰ ਵਾਲੀ ਨੇ T ਹੀ ਰਹਿਣਾ। ਸੋ ਫਿਰ ਦੁਬਾਰਾ ਮੈਂ ਜਿਹੜਾ ਉਹਨੂੰ ਰੀਸੈਟ ਮਾਰਦਾ ਬੇਟਾ, ਰੀਸੈਟ ਮਾਰਦਾ, ਰੀਡਿੰਗ ਤੁਹਾਡੇ ਕੋਲ ਆ ਜਾਏਗੀ ਕਿੰਨੀ ਹੈ, 61 ਸੀ ਨਾ ਪਹਿਲਾਂ। ਹੁਣ ਦੇਖੋ ਕਿੰਨੀ ਹੋ ਗਈ ਕਪੈਸਿਟੈਂਸ, 96 ਪੀਕੋਫੈਰਡ। ਤੁਸੀਂ ਚੈੱਕ ਕਰਨਾ ਵੀ ਅਕ੍ਰਾਈਲਿਕ ਸ਼ੀਟ ਜਿਹੜੀ ਹੈ ਉਹਦੇ ਨਾਲ ਕਿੰਨਾ ਕੁ ਫਰਕ ਪਏਗਾ। ਐਂਡ ਜੇ ਮੈਂ ਇਹ ਤੁਹਾਨੂੰ ਦੱਸਦਾ ਕਿ ਜਿੰਨੀ ਟੋਟਲ ਪਹਿਲਾਂ ਵਿਚਕਾਰ ਡਿਸਟੈਂਸ ਸੀ ਉਹਦੇ ਨਾਲੋਂ ਇਹ ਹਾਫ ਕੁ ਹੋਣਾ, ਇਹਦੀ ਜਿਹੜੀ ਥਿਕਨੈਸ ਹੈ, ਯਾਨੀ ਕਿ D ਨਾਲੋਂ T ਹਾਫ ਕਹੇਗਾ। ਬਾਕੀ K ਦੀ ਜਿਹੜਾ ਅਕ੍ਰਾਈਲਿਕ ਸ਼ੀਟ ਹੁੰਦੀ ਤੁਸੀਂ ਦੇਖ ਲੈਣਾ, ਮੈਨੂੰ ਲੱਗਦਾ ਕਿ ਅਬਾਊਟ 3 ਦੇ ਕਰੀਬ ਹੋਣੀ ਚਾਹੀਦੀ ਵੈਲਿਊ ਹੁੰਦੀ, ਫਿਰ ਵੀ ਚੈੱਕ ਕਰਨਾ, ਠੀਕ ਹੈ। ਇਹਨੂੰ ਚੇਂਜ ਕਰ ਰਹੇ ਹਾਂ। ਇਸ ਤੋਂ ਅਗਲਾ ਕਿਹੜਾ ਆਪਾਂ ਚੈੱਕ ਕਰਨਾ ਸੀਗਾ, ਆਪਾਂ ਆਹ ਵਾਲੀ ਸਲੈਬ ਪਾਉਣੀ ਹੈ। ਹੁਣ ਕੁਆਇਟ ਓਬਵੀਅਸ ਹੈ, ਥੋੜਾ ਜਿਹਾ ਕੰਪੈਰੀਜ਼ਨ ਫਿਰ ਅਗੇਨ ਕੁਆਲਿਟੀਵ ਹੈ, ਕਿਉਂਕਿ ਮੈਨੂੰ ਜਿਹੜੀ ਗਲਾਸ ਸ਼ੀਟ ਮਿਲੀ ਆ ਵਾਲੀ, ਇਹਦੀ ਥਿਕਨੈਸ ਤੇ ਉਹਦੀ ਥਿਕਨੈਸ ਬਰਾਬਰ ਨਹੀਂ ਹੈਗੀ ਅਕ੍ਰਾਈਲਿਕ ਸ਼ੀਟ ਦੀ, ਠੀਕ ਹੈ। ਸੋ ਜਸਟ ਫॉर ਦੀ ਵੈਰੀਫਿਕੇਸ਼ਨ ਕਿ ਗਲਾਸ ਸ਼ੀਟ ਨਾਲ ਕਪੈਸਿਟੈਂਸ ਨੂੰ ਵਧੇਗੀ ਜਾਂ ਘਟੇਗੀ। ਬੇਟੇ ਐਕਸੈਪਟ ਵੈਕਿਊਮ, ਤੁਸੀਂ ਕੋਈ ਵੀ ਹੋਰ ਮੀਡੀਅਮ ਲੋਗੇ ਕਪੈਸਿਟੈਂਸ ਨੇ ਵਧਣਾ ਹੀ ਵਧਣਾ ਹੈ। ਐਂਡ ਡਾਇਲੈਕਟ੍ਰਿਕ ਪਾਉਣ ਦੇ ਫਾਇਦੇ ਤੁਹਾਨੂੰ ਦੱਸੇ ਹੋਏ ਨੇ, ਹਨਾ। ਪਲੇਟਸ ਆਪਸ 'ਚ ਜੁੜਦੀਆਂ ਨਹੀਂ ਹੈਗੀਆਂ, ਬ੍ਰੇਕਡਾਊਨ ਜਿਹੜਾ ਇਹਨਾਂ ਮੀਡੀਅਮਸ ਦਾ ਲੇਟ ਹੁੰਦਾ ਹੈ, 에ਅਰ ਦਾ ਬ੍ਰੇਕਡਾਊਨ ਬੜੀ ਜਲਦੀ ਹੋ ਜਾਂਦਾ ਹੈ। ਸੋ ਆਓ ਰੀਡਿੰਗ ਦੇਖੀਏ। ਤਾਂ ਤੁਹਾਡੇ ਕੋਲ ਦਿਖ ਰਿਹਾ ਹੈ ਉਹਦੇ ਉੱਤੇ ਜਿਹੜਾ ਸਕਰੀਨ ਦਿਖ ਰਹੀ ਹੋਣੀ ਹੈ। ਮੈਂ ਰੀਸੈਟ ਮਾਰਿਆ, ਰੀਸੈਟ ਮਾਰਨ ਤੋਂ ਬਾਅਦ ਇਹਨੂੰ ਪੁੱਛਿਆ ਵੀ ਕਿੰਨੀ ਕਪੈਸਿਟੈਂਸ ਹੈ, ਕਹਿੰਦਾ ਜੀ 74 ਪੀਕੋਫੈਰਡ। ਬਟ ਤੁਸੀਂ ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਕਰਨਾ, ਠੀਕ ਹੈ। ਇਹਦੇ ਵਿੱਚ ਹੋ ਸਕਦਾ ਕਿ ਜਿਹੜੀ ਇਹਦੀ ਥਿਕਨੈਸ ਹੈ ਉਹਦੇ ਨਾਲੋਂ ਵੀ ਲਗਭਗ 10-20% ਘੱਟ ਹੀ ਹੈ। ਬਟ ਇੱਕ ਗੱਲ ਪੱਕੀ ਹੈ ਕਿ ਮੀਡੀਅਮ ਚੇਂਜ ਕਰਨ ਦੇ ਨਾਲ ਕਪੈਸਿਟੈਂਸ ਜਿਹੜੀ ਉਹ ਕੀ ਕਰਦੀ ਹੈ, ਚੇਂਜ ਕਰ ਜਾਂਦੀ ਹੈ। ਆਹ ਜਿੱਦਾਂ ਹੀ ਖਤਮ ਕੀਤਾ ਮੇਰੇ ਦਿਮਾਗ 'ਚ ਆ ਗਿਆ ਵੀ ਕੋਈ ਹੋਰ ਖੁਰਾਪਾਤ ਕਰੀਏ ਹੈ। ਤੇ ਮੈਂ ਕੀ ਕੀਤਾ ਕਿ ਜੁਗਾੜ ਲਾਉਣੇ ਸ਼ੁਰੂ ਕੀਤੇ ਕਿ ਤੁਹਾਨੂੰ ਕੋਈ ਹੋਰ ਵੀ ਐਕਸਪੈਰੀਮੈਂਟ ਕਰਾਵਾਂ, ਕਿਸੇ ਹੋਰ ਤਰੀਕੇ ਨਾਲ ਚੈੱਕ ਕਰਾਵਾਂ। ਤਾਂ ਪਹਿਲਾਂ ਮੈਂ ਧੂਫ ਲਿਆਂਦੀ, ਧੂਫ ਸਾਈਡਾਂ ਤੇ ਲਾਉਣ ਲੱਗ ਪਿਆ, ਸੱਪ ਜੇ ਬਣਾ ਕੇ ਹੈ। ਸੈਟਿੰਗ ਨਹੀਂ ਆਈ, ਫਿਰ ਸੋਚਿਆ ਚੱਲ ਗਲੂਗਨ ਲਾ ਦੇਣਾ,
ਪਰ ਗਲੂ ਗਨ ਨਾਲ ਪ੍ਰੋਬਲਮ ਆਉਂਦੀ ਹੈ। ਫਿਰ ਕਲੇ ਲਾਉਣੀ ਸ਼ੁਰੂ ਕੀਤੀ, ਕਲੇ ਘਟ ਗਈ। ਫਿਰ ਘਰੋਂ ਕਲੇ ਪਕੜੀ, ਕਲੇ ਪਕੜ ਕੇ ਇਦਾਂ ਲਾ ਰਿਹਾ। ਗੈਸ ਕਰੋ ਕਿ ਕੀ ਕਰਾਂਗਾ, ਕਿਹੜਾ ਐਕਸਪੈਰੀਮੈਂਟ ਕਰਾਂਗਾ, ਕਿਉਂਕਿ ਇਸ ਚਾਅ 'ਚ ਮੈਂ ਇਹ ਦੱਸਣਾ ਹੀ ਭੁੱਲ ਗਿਆ ਕਿ ਮੈਂ ਐਕਸਪੈਰੀਮੈਂਟ ਕੀ ਕਰ ਰਿਹਾ। ਇਦਾਂ ਸਾਰੇ ਪਾਸੇ ਰੋਕ ਲਿਆ। ਹੁਣ ਇਦਾਂ ਰੋਕਣ ਦੀ ਕਿਹਨੂੰ ਲੋੜ ਪਏਗੀ ਭਲਾ? ਸੋ ਆਪਾਂ ਕੀ ਕਰਦੇ ਹਾਂ ਕਿ ਪਾਣੀ ਜਿਹੜਾ ਉਹਨੂੰ ਭਰੀ ਜਾਂਦੇ ਵਿੱਚ ਇਹਦੇ। ਮੈਂ ਸਿਰਿੰਜ ਨਾਲ ਇਦਾਂ ਪਾਣੀ ਭਰ ਰਿਹਾ, ਜਿੰਨਾ ਮੈਕਸਿਮਮ ਭਰ ਸਕੇ ਬੇਟਾ ਭਰਾਂਗੇ। ਪਰ ਇੱਕ ਗੱਲ ਧਿਆਨ 'ਚ ਰੱਖਣਾ ਕਿ ਮੈਂ ਉਨੀ ਥਿਕਨੈਸ ਨਹੀਂ ਕਰ ਪਾਵਾਂਗਾ, ਠੀਕ ਹੈ। ਤਾਂ ਕੁਆਇਟ ਓਬਵੀਅਸ ਹੈ ਕਿ ਇਹਦੀਆਂ ਆਪਦੀਆਂ ਕੰਪਲੀਕੇਸ਼ਨਸ ਨੇ, ਲੇਕਿਨ ਮੈਂ ਤੁਹਾਨੂੰ ਇੰਨਾ ਜ਼ਰੂਰ ਵੈਰੀਫਾਈ ਕਰਾ ਦਾਂਗਾ ਕਿ ਪਾਣੀ ਪਾਉਣ ਦੇ ਨਾਲ ਵੀ ਕਪੈਸਿਟੈਂਸ ਜਿਹੜੀ ਹੈ ਉਹਨੂੰ ਵੱਧ ਜਾਣਾ ਚਾਹੀਦਾ, ਠੀਕ ਹੈ, ਕਿਉਂਕਿ ਪਾਣੀ ਦਾ ਡਾਇਰੈਕਟਰੀ ਕਾਂਸਟੈਂਟ ਹੁੰਦਾ ਜ਼ਿਆਦਾ। ਤੁਸੀਂ ਕਦੀ ਵੀ ਇਸ ਫਾਰਮੂਲੇ 'ਚ ਇਹ ਨਹੀਂ ਸੋਚਣਾ ਕਿ ਵੀ ਇਹ ਇਨਵਰਸਲੀ ਨੇ। ਇਹਨੇ ਵੇਖ ਤਰੀਕੇ ਦਾ ਡਾਇਰੈਕਟਲੀ ਪ੍ਰੋਪੋਰਸ਼ਨਲ ਕਹਿਣਾ ਗਲਤ ਹੋਊਗਾ ਵੈਸੇ, ਪਰ ਰਿਲੇਸ਼ਨ ਹੁੰਦਾ ਨਾ ਵੀ ਜਿਵੇਂ ਜਿਵੇਂ ਕੇ ਵੱਧਦਾ ਉਵੇਂ ਉਵੇਂ ਜਿਹੜਾ ਸੀ ਹੈ ਉਹ ਵੀ ਵੱਧਦਾ ਜਾਂਦਾ, ਠੀਕ ਹੈ। ਚਲੋ ਦੇਖੋ, ਲੀਕ ਕਰਨ ਲੱਗ ਪਿਆ। ਬਸ ਕਰੀਏ ਨਾ ਆਪਾਂ। ਤੇ ਤੁਸੀਂ ਕੈਮਰੇ ਤੇ ਦੇਖ ਸਕਦੇ ਹੋ, ਹਾਂਜੀ। ਤਾਂ ਨੋਟ ਕਰੋ, ਪਹਿਲਾਂ ਸੀ 61 ਪੀਕੋ ਫੈਰਡ, ਹੁਣ ਨੋਟ ਕਰੋ ਕਿੰਨੀ ਹੋ ਗਈ, 77 ਪੀਕੋ ਫੈਰਡ, ਹੈ ਨਾ। ਤਾਂ ਕਪੈਸਿਟੈਂਸ ਵੱਧ ਗਈ। ਬਟ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਦੀ ਕਿ ਇਹਦੀ ਇੱਕ ਕੰਪਲੀਕੇਸ਼ਨ, ਇਹ ਪ੍ਰੋਬਲਮ ਹੈ ਕਿ ਮੈਂ ਓਡੀ ਥਿਕਨੈਸ ਨਹੀਂ ਕਰ ਪਾਵਾਂਗਾ ਇੰਨੀ ਜਿੰਨੀ ਹੈਗੀ ਹੈ। ਇਹ ਬੜਾ ਔਖਾ ਹੈ ਮੇਰੇ ਲਈ। ਦੇਖੋ ਪਾਣੀ ਲੀਕ ਕਰ ਰਿਹਾ ਹੈ, ਠੀਕ ਹੈ। ਸੋ ਆਈ ਹੋਪ ਕਿ ਤੁਸੀਂ ਇਹਨੂੰ ਤਾਂ ਭੁੱਲੋਗੇ ਨਹੀਂ। ਦੇਖੋ ਇਹ ਬਿਊਟੀਫੁਲ ਹੈਗਾ, ਮੈਂ ਮੰਨਦਾ ਇਸ ਗੱਲ ਨਾਲ, ਕੋਈ ਦੋ ਰਾਏ ਨਹੀਂ, ਇਹ ਬਹੁਤ ਬਿਊਟੀਫੁਲ ਹੈ। ਬਟ ਇਹਦੀ ਬਿਊਟੀ ਸਾਰੀ ਦੱਸੀ ਇਹਨੇ। ਸੋ ਜੇ ਆਪਣਾ ਹੱਥ ਇਹਨਾਂ ਚੀਜ਼ਾਂ ਦੇ ਵਧੀਆ ਚੱਲਦਾ ਹੈ, ਇਹ ਨਜ਼ਾਰਾ ਆਪੇ ਦੇਣ ਲੱਗ ਪੈਂਦੀਆਂ। ਸੋ ਆਪਾਂ ਇਹ ਕਹਾਂਗੇ ਵੀ ਇਹਨਾਂ ਦੀ ਪੋਸੀਬਿਲਿਟੀ ਤਾਂ ਹੋ ਸਕਦੀ ਹੈ, ਮਤਲਬ ਇਹ ਇਕੁਏਸ਼ਨਾਂ ਆਪਾਂ ਬੋਲਣ ਲਾ ਸਕਦੇ ਹਾਂ ਥਰੂ ਡੈਮੋਨਸਟ੍ਰੇਸ਼ਨ, ਠੀਕ ਹੈ। ਉਹਨੇ ਬੋਲਣ ਲੱਗ ਪਈਆਂ, ਇਹ ਠੀਕ ਗੱਲ ਹੈ, ਬਟ ਇਹ ਆਉਣਾ ਚਾਹੀਦਾ ਆਪਾਂ ਨੂੰ, ਰਾਈਟ। ਸੋ ਅਗਲੇ ਟੌਪਿਕ ਵੱਲ ਚੱਲਾਂਗੇ। ਮੈਂ ਇਹਨੂੰ ਥੋੜਾ ਸੰਭਾਲਦਾ। ਜਲਦੀ ਕੁਐਸਚਨਾਂ ਦੇ ਆਨਸਰ ਦੇਣਾ, ਮਕਸਦ ਸਿਰਫ ਰਿਵੀਜ਼ਨ ਹੈ। ਜਿਹੜੇ ਬੱਚੇ ਪੜ੍ਹਦੇ ਰਹਿੰਦੇ ਨਾਲ ਉਹਨਾਂ ਨੂੰ ਜਲਦੀ ਸਮਝ ਆ ਜਾਣਾ ਚਾਹੀਦਾ। ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਲਗਭਗ ਹਰ ਇੱਕ ਕੁਐਸਚਨ ਦੇ ਲਈ 15 ਸੈਕਿੰਡ ਦਿਆਂਗਾ। 15 ਸੈਕਿੰਡ ਇਜ਼ ਮੋਰ ਦੈਨ ਇਨਫ। ਤੁਸੀਂ 15 ਸੈਕਿੰਡ ਦੇ ਵਿੱਚ ਕੁਐਸਚਨ ਦਾ ਆਨਸਰ ਦੇਣਾ ਹੈ। ਸੋ ਮੈਂ ਟਾਈਮਰ ਨਹੀਂ ਬੋਲਾਂਗਾ ਵੀ ਕਿੰਨੇ ਟਾਈਮ ਮਿਲੇਗਾ। ਹਰ ਇੱਕ ਕੁਐਸਚਨ ਦੇ 15 ਸੈਕਿੰਡ ਨੇ, ਕਿਉਂਕਿ ਸੌਖੇ ਕੁਐਸਚਨ ਨੇ, ਠੀਕ ਹੈ। ਆਪਦਾ ਪੈਨ ਕਾਪੀ ਨਾਲ ਫੜੋ, ਜਲਦੀ ਤੋਂ ਜਲਦੀ ਆਨਸਰ ਦੇਣ ਦੀ ਕੋਸ਼ਿਸ਼ ਕਰਨਾ। ਪਹਿਲਾ ਕੁਐਸਚਨ ਸਕਰੀਨ ਤੇ ਤੁਹਾਡੇ ਕੋਲ ਬੇਟੇ। ਕੀ ਕਰਨਾ ਆਪਾਂ ਦੱਸਣਾ ਹੈ ਕਿ ਡਾਇਮੈਂਸ਼ਨਲ ਫਾਰਮੂਲਾ ਜਿਹੜਾ ਹੈ ਐਟੋਮਿਕ ਪੋਲਰਾਈਜ਼ੇਬਿਲਟੀ ਦਾ ਕੀ ਹੁੰਦਾ। ਡਾਇਮੈਂਸ਼ਨਲ ਫਾਰਮੂਲਾ ਇਹ ਯਾਦ ਰੱਖਣਾ। ਐਟੋਮਿਕ ਪੋਲਰਾਈਜ਼ੇਬਿਲਟੀ ਹੁੰਦੀ ਅਲਫਾ। ਕਿੱਥੇ ਪੜਿਆ ਸੀਗਾ? ਡਾਇਲੈਕਟ੍ਰਿਕ ਪੋਲਰਾਈਜੇਸ਼ਨ 'ਚ। ਕਿੰਦੀ ਪੋਲਰਾਈਜੇਸ਼ਨ? ਮੋਲੀਕਿਊਲ ਦੀ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਓਵਰ। ਟਾਈਮ ਓਵਰ ਬੇਟੇ। ਬੜਾ ਸੌਖਾ। ਦੇਖੋ ਯਾਦ ਕਰੋ ਕਿ ਜਦੋਂ ਤੁਸੀਂ ਕਿਸੇ ਮੋਲੀਕਿਊਲ ਨੂੰ, ਡਾਇਲੈਕਟ੍ਰਿਕ ਮੋਲੀਕਿਊਲ ਨੂੰ ਇਲੈਕਟ੍ਰਿਕ ਫੀਲਡ 'ਚ ਰੱਖਦੇ ਹੋ ਤਾਂ ਉਹਦੀ ਹੋ ਜਾਂਦੀ ਪੋਲਰਾਈਜੇਸ਼ਨ ਸ਼ੁਰੂ। ਜਦੋਂ ਦੀ ਪੋਲਰਾਈਜੇਸ਼ਨ ਸ਼ੁਰੂ ਹੁੰਦੀ ਹੈ ਤਾਂ ਉਹ ਪੋਲਰ ਬਣਦਾ ਹੈ। ਮੋਲੀਕਿਊਲ ਜਿਹੜੇ ਨੇ ਉਹ ਇਦਾਂ ਉਹਦੀ ਪੋਲਰਾਈਜੇਸ਼ਨ ਹੋ ਗਈ। ਇਨ ਦਿਸ ਕੇਸ ਆਪਾਂ ਕਹਿੰਦੇ ਜਿਹੜਾ ਡਾਈਪੋਲ ਮੂਵਮੈਂਟ ਹੁੰਦਾ ਨਾ ਉਹ ਬਰਾਬਰ ਹੁੰਦਾ ਹੈ ਅਲਫਾ ਐਪਸਾਈਲਨ ਨੋਟ ਟਾਈਮਸ ਈ ਨੋਟ, ਹੈ ਨਾ। ਇਹੀ ਸੀ। ਇੱਥੋਂ ਜਦੋਂ ਤੁਸੀਂ ਅਲਫਾ ਦਾ ਡਾਇਮੈਂਸ਼ਨਲ ਫਾਰਮੂਲਾ ਕੱਢੋਗੇ, ਮੈਂ ਨਹੀਂ ਕਢਾ ਕੇ ਦਿਖਾਉਣਾ ਬੇਟੇ, ਕੱਢਿਆ ਹੋਇਆ ਆਪਾਂ ਪਹਿਲਾਂ ਨਿਊਮੈਰੀਕਲ ਦੇ, ਆਹ ਸਾਰੇ ਭਰਨੇ ਪੈਣੇ ਤੁਹਾਨੂੰ। ਤੇ ਜਦੋਂ ਤੁਸੀਂ ਇਹਨੂੰ ਕੱਢੋਗੇ, ਡਾਇਮੈਂਸ਼ਨਲ ਫਾਰਮੂਲਾ ਜਿਹੜਾ ਹੈ ਉਹ ਐਲ ਕਿਊਬ ਆਏਗਾ ਵੋਲਿਊਮ ਵਾਲਾ, ਇਹ ਯਾਦ ਰੱਖਣਾ, ਠੀਕ ਹੈ। ਸੋ ਦਿਸ ਵਾਸ ਫਸਟ ਕੁਐਸਚਨ। ਸੈਕਿੰਡ ਕੁਐਸਚਨ ਸਕਰੀਨ ਤੇ ਤੁਹਾਡੇ ਕੋਲ ਸਿਮਿਲਰ ਕੁਐਸਚਨ ਹੈ ਕਿ ਇਲੈਕਟ੍ਰਿਕ ਸਸੈਪਟੇਬਿਲਿਟੀ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੋਏਗਾ, ਠੀਕ ਹੈ। ਟਾਈਮ ਸ਼ੁਰੂ ਹੁਣ। ਹਰੀ ਅਪ। ਬਹੁਤ ਸੌਖਾ ਹੈ। ਤੁਹਾਡੇ ਜੋ ਬਹੁਤ ਸਾਰੇ ਬੱਚਿਆਂ ਨੇ ਉਸ ਲੈਕਚਰ 'ਚ ਮੈਨੂੰ ਆਨਸਰ ਦੇ ਵੀ ਭੇਜਿਆ ਸੀ। ਹਰੀ ਅਪ, ਹਰੀ ਅਪ। ਟਾਈਮ ਓਵਰ ਬੇਟਾ। ਸੌਖਾ ਹੈ ਨਾ ਬਿਲਕੁਲ। ਹੁਣ ਇਹਦੇ ਤੇ ਇਹਦੇ 'ਚ ਫਰਕ ਕੀ ਹੈ ਭਲਾ? ਇਹਦੇ 'ਚ ਸੀ ਇੱਕ ਮੋਲੀਕਿਊਲ ਰੱਖਿਆ, ਹੁਣ ਆਪਾਂ ਕੀ ਰੱਖਤੀ ਬੇਟੇ? ਇੱਕ ਸਲੈਬ ਪੂਰੀ। ਜਦੋਂ ਤੁਸੀਂ ਪੂਰੀ ਸਲੈਬ ਅੰਦਰ ਰੱਖਦੇ ਹੋ ਤਾਂ ਜਿਹੜਾ ਇਹਦੇ ਕਰਕੇ ਕੀ ਹੁੰਦਾ ਹੈ ਕਿ ਇਹਦੀ ਜਿਹੜੀ ਸਲੈਬ ਦੀ ਪੋਲਰਾਈਜੇਸ਼ਨ ਹੁੰਦੀ ਹੈ, ਇਫ ਯੂ ਰਿਮੈਂਬਰ, ਠੀਕ ਹੈ। ਇਹਦੇ ਕਰਕੇ ਇੱਧਰ ਨੈਗੇਟਿਵ ਚਾਰਜ ਆ ਜਾਂਦਾ, ਇੱਧਰ ਪੋਜ਼ਿਟਿਵ ਚਾਰਜ ਆ ਜਾਂਦਾ ਹੈ। ਇੱਥੇ ਅਸੀਂ ਇੱਕ ਨਵਾਂ ਵੈਕਟਰ ਡਿਫਾਈਨ ਕੀਤਾ ਸੀ, ਵੈਸੇ ਅਗਲਾ ਕੁਐਸਚਨ ਹੈ ਉਹ ਹੁੰਦਾ ਪੋਲਰਾਈਜੇਸ਼ਨ ਵੈਕਟਰ, ਕੈਪੀਟਲ P।
ਇਹਨੂੰ ਡਾਈਪੋਲ ਮੂਮੈਂਟ ਡੈਂਸਿਟੀ ਕਹਿੰਦੇ ਨੇ। ਇਹਦੇ ਫਾਰਮੂਲੇ ਦੇ ਵਿੱਚ ਆਇਆ ਸੀ ਚਾਈ ਪਹਿਲੀ ਵਾਰੀ, ਚਾਈ ਐਪਸਾਈਲਨ ਇਹਦੀ ਪਰਮਿਟਿਵਿਟੀ ਸੀ, ਈ ਜਿਹੜਾ ਅੰਦਰ ਫੀਲਡ ਬਚ ਜਾਂਦਾ, ਹੁਣੇ ਆਪਾਂ ਡਿਸਕਸ ਕਰਕੇ ਹਟੇ ਆ ਪਹਿਲਾਂ, ਈ ਜਿਹੜਾ ਅੰਦਰ ਫੀਲਡ ਬਚਦਾ ਈ ਨੋਟ ਮਾਈਨਸ ਈ ਕਰਕੇ। ਇਹਦੇ ਵਿੱਚ ਜਿਹੜਾ ਇਹ ਚਾਈ ਆਇਆ ਸੀਗਾ, ਚਾਈ ਦਾ ਫਾਰਮੂਲਾ ਪੀ ਡਿਵਾਈਡਡ ਬਾਈ ਐਪਸਾਈਲਨ ਈ ਬਣੇਗਾ। ਜੇ ਹੁਣ ਨਹੀਂ ਪ੍ਰੈਕਟਿਸ ਕਰੋਗੇ ਫਿਰ ਕਦੋਂ ਕਰੋਗੇ? ਠੀਕ ਹੈ, ਯੂ ਹੈਵ ਪਲੈਂਟੀ ਆਫ ਟਾਈਮ ਨਾਓ, ਹੁਣ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਕੁਐਸਚਨ ਦੇਣ ਦਾ ਮਕਸਦ ਇਹੀ ਹੈ ਕਿ ਇਹਨਾਂ ਦੀ ਪ੍ਰੈਕਟਿਸ ਕਰੋ। ਠੀਕ ਹੈ, ਸੋ ਜਦੋਂ ਤੁਸੀਂ ਇਹਨਾਂ ਤਿੰਨਾਂ ਦੀ ਵੈਲਿਊ ਭਰੋਗੇ ਤੇ ਯੂ ਵਿਲ ਗੈਟ ਟੂ ਨੋ ਕਿ ਜਿਹੜਾ ਚਾਈ ਹੈ ਇਹਦਾ ਡਾਇਮੈਂਸ਼ਨਲ ਫਾਰਮੂਲਾ ਆ ਹੁੰਦਾ। ਹੁਣ ਤੀਜਾ ਕੁਐਸਚਨ ਬਿਲਕੁਲ ਇਹਦੇ ਨਾਲ ਦਾ, ਤੁਹਾਡੇ ਕੋਲ ਸਕਰੀਨ ਤੇ ਆ ਗਿਆ ਬੇਟੇ। ਕੈਪੀਟਲ ਪੀ ਦਾ ਡਾਇਮੈਂਸ਼ਨਲ ਫਾਰਮੂਲਾ ਦੱਸੋ। ਹੁਣ ਉਹੀ ਦੱਸ ਪਾਉਣਗੇ, ਆਹੀ ਕੈਪੀਟਲ ਪੀ ਪੋਲਰਾਈਜੇਸ਼ਨ ਵੈਕਟਰ ਦਾ ਡਾਇਮੈਂਸ਼ਨਲ ਫਾਰਮੂਲਾ ਦੱਸਣਾ, ਉਹੀ ਦੱਸ ਪਾਉਣਗੇ ਜਿਨ੍ਹਾਂ ਨੇ ਪੜ੍ਹਿਆ ਹੋਇਆ ਹੈ ਨਾ। ਸੋ ਇੱਕ ਤਰੀਕੇ ਨਾਲ ਤੁਹਾਨੂੰ ਚੇਤੇ ਕਰਾਉਣ ਦੀ ਕੋਸ਼ਿਸ਼ ਹੈ ਵੀ ਬਾਈ ਪੜ੍ਹ ਲਿਆ ਕਰੋ ਧਿਆਨ ਨਾਲ, ਟਾਈਮਰ ਸ਼ੁਰੂ ਹੋ ਗਿਆ। ਜੇ ਹੁਣ ਨਹੀਂ ਕੀਤਾ ਹੋਇਆ ਨਾ ਇਹਨੂੰ ਕਰ ਲਈਓ ਬਸ ਜਲਦੀ। ਟਾਈਮ ਓਵਰ ਬੇਟਾ। ਪੀ ਜਿਹੜਾ ਹੈ ਨਾ ਕੈਪੀਟਲ ਪੀ, ਇਹ ਹੁੰਦਾ ਟੋਟਲ ਡਾਈਪੋਲ ਮੂਵਮੈਂਟ ਡਿਵਾਈਡਡ ਬਾਈ ਵੋਲਿਊਮ। ਠੀਕ ਹੈ, ਤਾਂ ਜੇ ਤੁਸੀਂ ਮੈਨੂੰ ਇਹਦੇ ਯੂਨਿਟਸ ਪੁੱਛੋ, ਤੁਹਾਡੇ ਕੋਲੋਂ ਕੀ ਪੁੱਛੇ, ਮੈਂ ਯੂਨਿਟਸ ਪੁੱਛੇ ਨਾ, ਤਾਂ ਯੂਨਿਟਸ ਪੁੱਛੋਗੇ ਤਾਂ ਕੀ ਹੋਣਗੇ? ਡਾਈਪੋਲ ਮੂਵਮੈਂਟ ਦੇ ਯੂਨਿਟ ਹੁੰਦੇ ਨੇ ਕੂਲਮ ਮੀਟਰ। ਕਿਉਂ ਹੁੰਦੇ ਨੇ? ਕਿਉਂਕਿ ਹੁੰਦਾ Q × 2 ਹੈ, ਨੀਚੇ ਵੋਲਿਊਮ ਕਿੰਨਾ ਹੁੰਦਾ ਮੀਟਰ ਕਿਊਬ, ਸੋ ਕੀ ਬਣ ਗਏ ਕੂਲਮ ਪਰ ਮੀਟਰ ਸਕੁਆਇਰ। ਇੱਕ ਸੌਖਾ ਢੰਗ ਵੀ ਸੀ ਕਿ ਕੈਪੀਟਲ ਪੀ ਜਿਹੜਾ ਪੋਲਰਾਈਜੇਸ਼ਨ ਵੈਕਟਰ ਹੁੰਦਾ, ਇਹਦੇ ਯੂਨਿਟਸ ਉਹੀ ਹੁੰਦੇ ਨੇ ਜਿਹੜੇ ਸਰਫੇਸ ਚਾਰਜ ਡੈਂਸਿਟੀ ਦੇ ਹੁੰਦੇ ਆ। ਸਰਫੇਸ ਚਾਰਜ ਡੈਂਸਿਟੀ ਯਾਦ ਹੈ ਨਾ ਸਾਰਿਆਂ ਨੂੰ, Q ਡਿਵਾਈਡਡ ਬਾਈ A ਹੁਣੇ ਕਰਕੇ ਨੇ, ਤਾਂ ਉਹੀ ਚਾਰਜ ਬਟਾ ਏਰੀਆ ਕੂਲਮ ਪਰ ਮੀਟਰ ਸਕੁਆਇਰ ਤਾਂ ਨੇ, ਤਾਂ ਇਹਨਾਂ ਦੇ ਯੂਨਿਟਸ ਬਰਾਬਰ ਹੁੰਦੇ ਨੇ ਆਪਸ ਵਿੱਚ। ਠੀਕ ਹੈ, ਸੋ ਨੈਕਸਟ ਕੁਐਸਚਨ ਵੱਲ ਚੱਲਾਂਗੇ। ਨੈਕਸਟ ਕੁਐਸਚਨ ਸਕਰੀਨ ਤੇ ਤੁਹਾਡੇ ਕੋਲ ਹੈ ਬੇਟਾ, ਤੇ ਕੀ ਕੱਢਣਾ ਕਿ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਇਨਸਾਈਡ ਏ ਕੰਡਕਟਰ ਪਲੇਸਡ ਇਨ ਐਨ ਐਕਸਟਰਨਲ ਇਲੈਕਟ੍ਰਿਕ ਫੀਲਡ। ਤਾਂ ਆਪਸ਼ਨ ਪਹਿਲਾਂ ਚਾਰੇ ਪੜ੍ਹ ਲਓ, ਟਾਈਮ ਦੇ ਦੇਣਾ, ਲੇਕਿਨ ਇਹ ਯਾਦ ਰੱਖੋ ਕਿ ਇਹਦੇ ਇੱਕ ਤੋਂ ਵੱਧ ਆਨਸਰ ਪੋਸੀਬਲ ਨੇ। ਸੋ ਤੁਸੀਂ ਦੱਸਣਾ ਕਿ ਕਿਹੜੇ ਕਿਹੜੇ ਠੀਕ ਆਨਸਰ ਨੇ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਕੰਡਕਟਰ ਹੈ ਤੇ ਕੰਡਕਟਰ ਦੇ ਅੰਦਰ ਫੀਲਡ ਦੱਸਣਾ ਜਦੋਂ ਉਹਨੂੰ ਇਲੈਕਟ੍ਰਿਕ ਫੀਲਡ 'ਚ ਰੱਖਿਆ ਹੋਇਆ। ਸ਼ਾਬਾਸ਼, ਹਰੀ ਅਪ ਹਰੀ ਅਪ। ਓਵਰ ਬੇਟੇ। ਜਦੋਂ ਤੁਸੀਂ ਕਿਸੇ ਕੰਡਕਟਰ ਨੂੰ ਬਾਹਰਲੇ ਫੀਲਡ 'ਚ ਰੱਖਦੇ ਹੋ ਤਾਂ ਵੀ ਨੋ ਕਿ ਇੱਕ ਤਾਂ ਇੱਕ ਆਪਸ਼ਨ ਦਾ ਵੈਸੇ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਆਉਂਦੀ ਹੋਣੀ ਚਾਹੀਦੀ ਹੈ, ਜਿੰਨਾ ਇਧਰ ਨੈਗੇਟਿਵ ਉਨਾ ਹੀ ਉਧਰ ਪੋਜ਼ਿਟਿਵ ਗਿਣ ਕੇ ਬਣਾ ਲਿਆ ਕਰੋ। ਜਿੰਨਾ ਬਾਹਰ ਫੀਲਡ ਹੁੰਦਾ ਹੈ E ਨੋਟ, ਉਨਾ ਹੀ ਅੰਦਰ ਫੀਲਡ ਹੋ ਜਾਂਦਾ ਇਸ ਡਾਇਰੈਕਸ਼ਨ 'ਚ EP। ਨੈਟ ਫੀਲਡ ਕਿਵੇਂ ਕੱਢੋਗੇ? ਹੁਣ ਬਹੁਤ ਸਾਰੇ ਬੱਚੇ ਗਲਤੀ ਕਰਦੇ ਨੇ ਇਹਦੇ ਵਿੱਚ। ਨੈਟ ਫੀਲਡ ਹੁੰਦਾ ਬੇਟੇ ਰਿਜ਼ਲਟੈਂਟ। ਰਿਜ਼ਲਟੈਂਟ ਦੇ ਵਿੱਚ ਕਈਆਂ ਨੂੰ ਐ ਲੱਗਾ ਹੋਣਾ ਵੀ ਆਹ ਆਨਸਰ ਹੈ, ਲੇਕਿਨ ਇਹ ਨਹੀਂ ਹੈਗਾ, ਇਹ ਨਹੀਂ ਹੈਗਾ। ਨੈਟ ਫੀਲਡ ਕੱਢੀ ਨਾ ਦੋਨਾਂ ਦਾ ਰਿਜ਼ਲਟੈਂਟ। ਰਿਜ਼ਲਟੈਂਟ ਦਾ ਮਤਲਬ ਹੁੰਦਾ ਤੁਸੀਂ ਇੱਥੇ ਪਲੱਸ ਕਰਨਾ। ਠੀਕ ਹੈ, ਸੋ ਇੱਕ ਆਪਸ਼ਨ ਤਾਂ ਬੇਟੇ ਇਹ ਵਾਲੀ ਠੀਕ ਹੈ। ਹੁਣ ਐਕਚੁਅਲੀ ਜਦੋਂ ਤੁਸੀਂ E ਨੋਟ ਤੇ EP ਨੂੰ ਪੁੱਛੋਗੇ ਕਿ E ਨੋਟ ਤੇ EP ਤੁਹਾਡਾ ਆਪਸ 'ਚ ਕੀ ਰਿਲੇਸ਼ਨ ਹੈ, ਕਹਿੰਦੇ ਜੀ ਅਸੀਂ ਇੱਕ ਦੂਜੇ ਦੇ ਇਕੁਅਲ ਐਂਡ ਆਪੋਜ਼ਿਟ ਹੁੰਦੇ ਇਨ ਕੇਸ ਆਫ ਕੰਡਕਟਰ। ਜਦੋਂ ਤੁਸੀਂ E ਨੋਟ ਦੀ ਆਹ ਵਾਲੀ ਵੈਲਿਊ ਇੱਥੇ ਭਰੋਗੇ ਤਾਂ E ਕਿੰਨੇ ਬਰਾਬਰ ਆਏਗਾ? ਮਾਈਨਸ ਦਾ EP ਪਲੱਸ ਦਾ EP, ਯਾਨੀ ਕਿ ਕਿੰਨਾ ਹੋ ਗਿਆ? ਜ਼ੀਰੋ ਵੈਕਟਰ। ਇਹਦਾ ਮਤਲਬ ਇਹ ਹੋ ਗਿਆ ਕਿ ਕਿਸੇ ਕੰਡਕਟਰ ਦੇ ਅੰਦਰ ਇੱਥੇ ਜਿਹੜਾ ਫੀਲਡ ਹੈ ਉਹ ਕਿੰਨਾ ਹੁੰਦਾ ਹੈ? ਜ਼ੀਰੋ। ਸੋ ਕਿੰਨੀਆਂ ਕਿੰਨੀਆਂ ਆਪਸ਼ਨਾਂ ਠੀਕ ਹੋਈਆਂ ਬੇਟਾ? ਆਪਣੀ C ਆਪਸ਼ਨ ਵੀ ਠੀਕ ਹੋਈ ਤੇ D ਆਪਸ਼ਨ ਵੀ ਠੀਕ ਹੋਈ। ਸਿੱਖਿਆ ਕਿ ਜ਼ੀਰੋ ਤੁਹਾਨੂੰ ਬਹੁਤ ਸਾਰਿਆਂ ਨੂੰ ਆਨਸਰ ਪਤਾ ਹੋਣਾ ਹੈ ਨਾ, ਲੇਕਿਨ ਆਹ ਵਾਲੀ ਗੱਲ ਨੂੰ ਕਈ ਵਾਰੀ ਲੋਕ ਇਦਾਂ ਕਹਿ ਜਾਂਦੇ ਵੀ ਇਹ ਮਾਈਨਸ ਕਰਨਾ ਹੈ। ਮਾਈਨਸ ਨਹੀਂ ਕਰਨਾ, ਰਿਜ਼ਲਟੈਂਟ ਕੱਢਣ ਦਾ ਮਤਲਬ ਹੈ ਦੋਨਾਂ ਨੂੰ ਪਲੱਸ ਕਰਨਾ ਹੈ। ਇਜ਼ ਦੈਟ ਓਕੇ? ਹੁਣ ਅਗਲਾ ਕੁਐਸਚਨ ਬਿਲਕੁਲ ਇਹਦੇ ਨਾਲ ਦਾ, ਆਈ ਹੋਪ ਕਿ ਤੁਸੀਂ ਆਨਸਰ ਦੇ ਪਾਓ, ਪਰ ਧਿਆਨ ਨਾਲ ਸੋਚ ਸਮਝ ਕੇ ਦੇਣਾ। ਕੁਐਸਚਨ ਸਕਰੀਨ ਤੇ ਆ ਗਿਆ ਕਿ ਹੁਣ ਤੁਸੀਂ ਕੰਡਕਟਿੰਗ ਸਲੈਬ ਦੀ ਜਗ੍ਹਾ ਤੇ ਡਾਇਲੈਕਟ੍ਰਿਕ ਸਲੈਬ ਰੱਖਤੀ ਹੋਈ ਹੈ। ਜਦੋਂ ਤੁਸੀਂ ਡਾਇਲੈਕਟ੍ਰਿਕ ਸਲੈਬ ਰੱਖਤੀ ਤੇ ਅੰਦਰ ਫੀਲਡ ਕਿੰਨਾ ਹੋਊਗਾ? ਅਗੇਨ ਇੱਕ ਤੋਂ ਜ਼ਿਆਦਾ ਆਨਸਰ ਪੋਸੀਬਲ ਨੇ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਹਰੀ ਅਪ। ਕੀ ਹੈ ਕਿ ਡਾਇਲੈਕਟ੍ਰਿਕ ਸਲੈਬ ਹੈ, ਠੀਕ ਹੈ, ਧਿਆਨ ਰੱਖਿਓ। ਅੰਦਰ ਫੀਲਡ ਕਿੰਨਾ ਹੋਏਗਾ? ਜਿਨ੍ਹਾਂ ਨੇ ਡਾਇਲੈਕਟ੍ਰਿਕ ਵਾਲਾ ਸੁਣਿਆ ਉਹਨੂੰ ਸਮਝ ਆ ਗਈ ਹੋਣੀ ਚਾਹੀਦੀ ਵੀ ਕਿੱਦਾਂ ਕਿੰਨਾ ਆਨਸਰ ਆਏਗਾ। ਟਾਈਮ ਓਵਰ। ਹੁਣ ਵੇਖਦੇ ਕਿੰਨੇ ਬੱਚਿਆਂ ਨੇ ਇਹਨੂੰ ਧਿਆਨ ਨਾਲ ਸੁਣਿਆ। ਆਹ ਪੂਰਾ ਪੋਜ਼ਿਟਿਵ, ਆਹ ਪੂਰਾ ਨੈਗੇਟਿਵ, ਇੱਥੇ ਥੋੜਾ ਜਿਹਾ ਨੈਗੇਟਿਵ ਨਾ ਡਾਇਲੈਕਟ੍ਰਿਕ ਹੈ, ਥੋੜਾ ਜਿਹਾ ਇੱਥੇ ਪੋਜ਼ਿਟਿਵ। ਸੋ ਪਹਿਲੀ ਗੱਲ ਇਹ ਹੈ ਕਿ E ਕਿੰਨੇ ਬਰਾਬਰ ਹੋਏਗਾ? ਅੰਦਰ। ਬਾਹਰ ਫੀਲਡ ਹੈਗਾ E ਨੋਟ, ਅੰਦਰ ਫੀਲਡ ਹੈਗਾ EP
ਨੈਟ ਫੀਲਡ ਕਿੰਨਾ ਹੁੰਦਾ, ਉਹ ਰਿਜ਼ਲਟੈਂਟ ਹੁੰਦਾ। ਪਹਿਲੀ ਗੱਲ ਆਹੀ ਲਿਖਣਾ, ਇਹਦੇ ਬਾਰੇ ਬਿਲਕੁਲ ਪੱਕੇ ਹੋ ਜਾਓਗੇ, ਇਹੀ ਲਿਖਣਾ। ਮਾਈਨਸ ਤਾਂ ਤੁਸੀਂ ਮੈਗਨੀਚਿਊਡਸ ਕਰੋਗੇ, ਵੈਕਟਰ ਦੀ ਫਾਰਮ 'ਚ ਐਵੇਂ ਲਿਖੀਦਾ। ਹਾਂ ਤੁਸੀਂ ਕਹੋਗੇ ਸਰ ਵੈਸੇ ਅੰਦਰ ਕਿੰਨਾ ਹੈ, ਮੈਂ ਬੋਲਾਂਗਾ ਵੈਸੇ ਫੀਲਡ ਜਿਹੜਾ ਨਾ ਬੇਟੇ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਵੱਡੇ ਚੋਂ ਛੋਟਾ ਮਾਈਨਸ ਕਰਕੇ ਆਏਗਾ, ਲੇਕਿਨ ਵੈਕਟਰ ਦੀ ਫਾਰਮ 'ਚ ਆਪਾਂ ਲਿਖਣਾ ਕਿ ਇਹਦਾ ਤੇ ਇਹਦਾ ਕੰਬਾਈਨਡ ਇਫੈਕਟ ਹੈ। ਰਿਜ਼ਲਟ ਇਹ ਪਲੱਸ ਨਾ ਪੜਿਆ ਕਰੋ, ਇਹਨੂੰ ਬੋਲਿਆ ਕਰੋ ਵੀ ਇਹ ਕੰਬਾਈਨਡ ਇਫੈਕਟ ਹੈ। ਸੋ ਅੰਦਰ ਇਹਨਾਂ ਦੋਨੋਂ ਨੂੰ ਮਿਲਾ ਕੇ ਜੋ ਬਣਿਆ, ਪਹਿਲਾ ਆਨਸਰ ਤਾਂ ਇਹ ਹੋ ਗਿਆ ਬੇਟੇ। ਦੂਜਾ ਆਨਸਰ ਕੀ ਹੈ, ਇਫ ਯੂ ਨੋ ਕਿ ਇਹਨੂੰ ਮੈਗਨੀਚਿਊਡ 'ਚ ਆਪਾਂ E ਨੋਟ ਮਾਈਨਸ EP ਕਹਿੰਦੇ ਹਾਂ, ਐਂਡ ਤੁਹਾਨੂੰ ਹੁਣੇ ਇਹ ਕਰਾ ਕੇ ਹਟਿਆ ਕਿ E ਨੋਟ ਡਿਵਾਈਡਡ ਬਾਈ E ਕਿਹਦੇ ਬਰਾਬਰ ਹੁੰਦਾ ਹੈ, ਕੈਪੀਟਲ K ਦੇ। ਇਥੋਂ E ਕਿਹਦੇ ਬਰਾਬਰ ਹੋ ਗਿਆ, ਉਹ ਆ ਗਿਆ E ਨੋਟ ਬਾਈ ਕੈਪੀਟਲ K ਦੇ। ਇਜ਼ ਦੈਟ ਓਕੇ? ਸੋ ਇਹਦਾ ਮਤਲਬ ਇਹ ਵੀ ਆਪਸ਼ਨ ਠੀਕ ਸੀ। ਸੋ ਕਿਹੜੀ ਕਿਹੜੀ ਆਪਸ਼ਨਾਂ ਠੀਕ ਹੋਈਆਂ, ਅਗੇਨ C ਤੇ D ਆਪਸ਼ਨ। ਇਜ਼ ਦੈਟ ਓਕੇ? ਨੈਕਸਟ ਕੁਐਸਚਨ ਵੱਲ ਚੱਲਾਂਗੇ ਕਿ ਡਾਇਲੈਕਟ੍ਰਿਕ। ਹੁਣ ਵੇਖੋ ਅਗਲਾ ਕੁਐਸਚਨ ਤੁਹਾਨੂੰ ਆਉਂਦਾ ਹੋਣਾ ਚਾਹੀਦਾ, ਬੜਾ ਸੌਖਾ ਹੈ, ਸਕਰੀਨ ਤੇ ਤੁਹਾਡੇ ਕੋਲ ਆ ਗਿਆ ਕਿ ਡਾਇਲੈਕਟ੍ਰਿਕ ਕਨਸਟੈਂਟ ਇਹਨਾਂ ਚੋਂ ਕਿਹੜਾ ਹੈ। ਅਗੇਨ ਇੱਕ ਤੋਂ ਜ਼ਿਆਦਾ ਆਨਸਰਸ ਪੋਸੀਬਲ ਨੇ ਇਹਦੇ ਬੇਟੇ, ਤੇ ਆਪਸ਼ਨਾਂ ਤੁਹਾਡੇ ਕੋਲ ਨੇ। ਟਾਈਮ ਸ਼ੁਰੂ ਹੋ ਗਿਆ। ਹਰੀ ਅਪ। ਟਾਈਮ ਓਵਰ ਬੇਟਾ। ਸਾਰੀ ਨੇ ਸਾਰੀ। ਹੁਣ ਆਪਾਂ ਇੰਨੇ ਫਾਰਮੂਲੇ ਪੜ੍ਹ ਲਏ ਡਾਇਲੈਕਟ੍ਰਿਕ ਕਨਸਟੈਂਟ ਦੇ, ਕਿਹੜੇ ਕਿਹੜੇ। ਕੈਪੀਟਲ K ਜਿਹੜਾ ਹੈ, ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਕਿ ਉਹ ਵੈਕਿਊਮ ਵਾਲੀ ਫੋਰਸ ਤੇ ਮੀਡੀਅਮ ਵਾਲੀ ਫੋਰਸ ਦੀ ਰੇਸ਼ੋ ਹੈ, ਡੈਮੋਨਸਟ੍ਰੇਸ਼ਨ ਕਰਵਾਈ ਸੀਗੀ। ਫਿਰ ਆਪਾਂ ਇਹਦੇ ਤੋਂ ਇਹ ਰਿਜ਼ਲਟ ਬਣਾਇਆ ਸੀ ਕਿ ਉਹ ਪਰਮਿਟਿਵਿਟੀ ਆਫ ਮੀਡੀਅਮ ਡਿਵਾਈਡਡ ਬਾਈ ਪਰਮਿਟਿਵਿਟੀ ਆਫ ਦਾ ਵੈਕਿਊਮ, ਇਹਨਾਂ ਦੋਨਾਂ ਦੀ ਰੇਸ਼ੋ ਹੈ। ਠੀਕ ਹੈ, ਇਹ ਮਤਲਬ ਇਹਦਾ ਹੀ ਕਨਸੀਕੁਐਂਸ ਸੀ। ਮੈਥਮੈਟਿਕਲੀ ਜਦੋਂ ਸੋਲਵ ਕਰੀਦਾ ਤਾਂ ਆ ਜਾਂਦਾ ਹੈ। ਆਹ ਆਪਾਂ ਰਿਜ਼ਲਟ ਹੁਣੇ ਲਿਖ ਕੇ ਹਟਿਆ ਕਿ ਇਹ E ਨੋਟ ਬਾਈ ਕੈਪੀਟਲ K ਹੁੰਦਾ ਹੈ। ਅੱਜ ਦੇ ਲੈਕਚਰ 'ਚ ਬਾਰ-ਬਾਰ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਜਦੋਂ ਮੀਡੀਅਮ ਸ਼ੁਰੂਆਤ 'ਚ ਤੁਹਾਨੂੰ ਦੱਸਦਾ ਸੀ ਕਿ ਉਹ C ਨੋਟ C ਡਿਵਾਈਡਡ ਬਾਈ C ਨੋਟ ਵੀ ਜਿਹੜਾ ਉਹ ਕੈਪੀਟਲ K ਹੁੰਦਾ। ਠੀਕ ਹੈ, ਸੋ ਸਾਰੀਆਂ ਆਪਸ਼ਨਾਂ ਇਹਦੀ ਆਨਸਰ ਨੇ। ਐਂਡ ਕਰਾਉਣ ਦਾ ਮਕਸਦ ਤੁਸੀਂ ਸਮਝ ਗਏ ਹੋ ਕਿ ਤੁਹਾਨੂੰ ਦੱਸਣਾ ਚਾਹੁੰਦਾ ਕਿ ਡਾਇਲੈਕਟ੍ਰਿਕ ਕਨਸਟੈਂਟ ਦੇ ਤੁਸੀਂ ਇਹ ਵਾਲੇ ਫਾਰਮੂਲੇ ਪੜ੍ਹਦੇ। ਇਸ ਤੋਂ ਇਲਾਵਾ ਬੇਟੇ 1 ਪਲੱਸ ਚਾਈ ਜਿਹੜਾ ਹੈ ਉਹ ਵੀ ਕੈਪੀਟਲ K ਦੇ ਬਰਾਬਰ ਹੁੰਦਾ ਹੈ, ਇਹ ਵੀ ਆਪਾਂ ਪੜ੍ਹਿਆ ਹੋਇਆ ਪਰ ਮੈਂ ਇੱਥੇ ਨਹੀਂ ਪਾਇਆ। ਠੀਕ ਹੈ, ਸੋ ਨੈਕਸਟ ਅਗਲੇ ਕੁਐਸਚਨ ਵੱਲ ਚੱਲਾਂਗੇ। ਅਗਲਾ ਕੁਐਸਚਨ ਅਗੇਨ ਬੜਾ ਹੀ ਸੌਖਾ ਹੈ। ਆਈ ਐਕਸਪੈਕਟ ਕਿ ਤੁਹਾਡੇ ਚੋਂ ਸਾਰੇ ਜਣੇ ਉਹਦਾ ਆਨਸਰ ਦੇਣ ਕਿ SI ਯੂਨਿਟ ਆਫ ਕਪੈਸਿਟੈਂਸ ਕੀ ਹੈ। ਤੁਹਾਡੀਆਂ ਆਪਸ਼ਨਾਂ ਤੁਹਾਡੇ ਕੋਲ ਨੇ ਬੇਟੇ, ਤਾਂ 10 ਸੈਕਿੰਡ ਵੀ ਨਹੀਂ ਲੱਗਣੇ ਚਾਹੀਦੇ। ਟਾਈਮ ਸ਼ੁਰੂ। शाबाश, जल्दी जल्दी जल्दी। ओवर तो की आंसर आऊगा पता इनका, इन्हें आंसर आऊगा फैरेड। मतलब मैंने बारे की लिखा, कैपेसिटेंस दा SI यूनिट कैपिटल F फैरेड होंदा है। प्रैक्टिकली किहड़े किहड़े होंदे ने, माइक्रो फैरेड, पीको फैरेड। आप किन्ने एक्सपैरीमेंट करके देख ले कि यही कैपेसिटेंस आउंदी है प्रैक्टिकली। ठीक है, सो नैक्सट चलांगे बेटा। अगला क्वेश्चन तुहाडे कोल स्क्रीन ते है, जल्दी जल्दी देख लो। बहुत ध्यान नाल पढ़ाईਆਂ गईਆਂ ਗੱਲਾਂ ਨੂੰ याद रखो। करना की है कि तुसीं दसना है कि किसी कैपेसिटर की कैपेसिटेंस ਨੂੰ ਕੀ फर्क पेगा ਜਦੋਂ ਉਹਦੀਆਂ प्लेट्स ਜਿਹੜਾ चार्ज ਉਹ डबल कर दिता जाए। तो पहली ऑप्शन है कि डबल हो जाएगी, दूजी ऑप्शन है कि उन्नी ही रहेगी, तीजी ऑप्शन है कि हाफ हो जाएगी, चौथी ऑप्शन की है कि 0 हो जाएगी। टाइम शुरू हो गया हुण। वेरी इजी। शाबाश। ओवर बेटा सौखा है ना ये, किवें सौखा है भला। सानू पता है कि C जिहड़ा बराबर होंदा है Q/V, एंड सानू ये पता है कि किसी भी कैपेसिटर की कैपेसिटेंस ना इहदे ते डिपेंड करती ना इहदे ते डिपेंड करती। जे तुसीं इहनूं डबल करता है, क्वाइट ओबवियस है कि फिर ये भी डबल हो गया होना। मैं किसी गिवन कैपेसिटर की गल कीती है। जो कैपेसिटर दे दईए तुहानूं ते मतलब होंदा सब कुछ फिक्स है। फिर जे तुसीं Q नूं वधाओगे तो V भी वध जाना, पर C ने फर्क नहीं पैना। सो आंसर किहड़ा बनूगा, C ही बनेगा भी यही कैपेसिटेंस रहेगी, B ऑप्शन। राइट, तो अगले क्वेश्चन वाल लास्ट है, फिर इस बार अपना लास्ट एक टॉपिक रह जाएगा, उन्होंने करांगे। ठीक है, सो क्वेश्चन की है देखो ध्यान नाल कि एक पैरेलल प्लेट कैपेसिटर है, उनकी कैपेसिटेंस हैगी C। तुसीं उहदी प्लेट्स का एरिया डबल करता, ध्यान नाल सुन रहे हो ना, प्लेट्स का एरिया डबल करता, डिस्टेंस बिटवीन द प्लेट्स भी डबल करता। दसो कैपेसिटेंस नूं की फर्क पेगा। ऑप्शन तुहाडे कोल ने चारों। तुहाडा टाइम शुरू हुंदा है हुण बेटा। हरी अप। लास्ट क्वेश्चन अपना। टाइम ओवर बेटा। कि C बराबर सानू पता है कि A एप्सिलॉन नॉट डिवाइडेड बाय D होंदा है पैरेलल प्लेट कैपेसिटर दे विच।
ਜੇ ਤੁਸੀਂ ਏਰੀਆ ਡਬਲ ਕਰ ਦੋਗੇ, ਨਵੀਂ ਕਪੈਸਿਟੈਂਸ ਦੀ ਗੱਲ ਕਰਦਾ ਤਾਂ ਡਬਲ ਏਰੀਆ ਹੋ ਗਿਆ, ਡਿਸਟੈਂਸ ਵੀ ਜੇ ਡਬਲ ਕਰ ਦੋਗੇ ਤਾਂ ਆ ਹੋ ਗਿਆ, ਕੱਟ ਕੇ ਪੁੱਤਰ ਰਹਿ ਤਾਂ ਫਿਰ ਉਹੀ ਗਿਆ, ਏਰੀਆ ਫਿਰ ਦੁਬਾਰਾ C ਦੇ ਬਰਾਬਰ ਹੀ ਆ ਗਿਆ। ਸੋ ਕਪੈਸਿਟੈਂਸ ਨੂੰ ਫਰਕ ਇਸ ਕੇਸ 'ਚ ਨਹੀਂ ਪੈਣਾ। ਓਵਰ ਹੋਇਆ ਬੇਟਾ। ਲਾਸਟ ਟੌਪਿਕ ਐਗਜ਼ਾਮੀਨੇਸ਼ਨ ਪੁਆਇੰਟ ਆਫ View ਨਾਲ ਬੜਾ ਇੰਪੋਰਟੈਂਟ ਸ਼ੁਰੂ ਕਰਾਂਗੇ। ਸੋ ਬੇਟਾ ਆਪਾਂ ਡਾਇਲੈਕਟ੍ਰਿਕ ਸਲੈਬ ਵਾਲੀ ਡੈਰੀਵੇਸ਼ਨ ਕਰ ਲਈ, ਕੁਇਜ਼ਰ ਕਰ ਲਿਆ। ਕੁਇਜ਼ਰ ਦਾ ਮਕਸਦ ਤੁਸੀਂ ਸਮਝ ਗਏ ਹੋਗੇ ਕਿ ਰਿਵੀਜ਼ਨ ਆਪਣੀ ਹੋ ਗਈ ਕਾਫੀ। ਹੁਣ ਜਿਹੜਾ ਅੱਜ ਦਾ ਲਾਸਟ ਟੌਪਿਕ ਹੈ ਵੈਰੀ ਇੰਪੋਰਟੈਂਟ, ਫਿਰ ਅਗੇਨ ਐਗਜ਼ਾਮੀਨੇਸ਼ਨ ਪੁਆਇੰਟ ਆਫ View ਨਾਲ ਵੀ ਜਿਹੜੇ ਅਗਲੇ ਟੌਪਿਕ ਰਹਿ ਗਏ ਉਹਨਾਂ 'ਚ ਨੂੰ ਆਪਾਂ ਯੂਜ਼ ਵੀ ਕਰਨਾ, ਠੀਕ ਹੈ। ਅਗਲੇ ਜਿਹੜੇ ਆਪਾਂ ਨੂਮੈਰੀਕਲ ਵੀ ਕਰਨੇ ਤੇ ਅਗਲਾ ਜਿਹੜਾ ਵੈਰੀ ਨੈਕਸਟ ਟੌਪਿਕ ਹੈ ਉਹਦੇ 'ਚ ਵੀ ਆਪਾਂ ਇਹਨੂੰ ਯੂਜ਼ ਕਰਨਾ ਹੈ। ਸੋ ਪਹਿਲੀ ਗੱਲ ਤਾਂ ਇਹ ਆਉਂਦੀ ਕਿ ਵਾਕਈ ਹੀ ਕਪੈਸੀਟਰ એનર્ਜੀ ਸਟੋਰ ਕਰਦਾ ਹੈ? ਕੀ ਤੁਸੀਂ ਕਦੀ ਕਿਸੇ ਕਪੈਸੀਟਰ ਨੂੰ એનર્ਜੀ ਸਟੋਰ ਕਰੇ ਵੇਖਿਆ? ਤਾਂ ਆਪਾਂ ਸਭ ਨੇ ਦੇਖਿਆ, ਠੀਕ ਹੈ। ਮੈਂ ਤੁਹਾਨੂੰ ਦਿਖਾਵਾਂ ਕਿਹਨੂੰ ਦੇਖਿਆ ਸੀ ਆਪਾਂ, ਆਹ ਵਾਲਾ ਯਾਦ ਹੈ ਕੀ ਇਹ? ਹਾਂ, ਹੁਣ ਜਿਨ੍ਹਾਂ ਨੇ ਦੇਖਿਆ ਉਹਨੂੰ ਪਤਾ ਹੈ ਕਿ ਇਹ એનર્ਜੀ ਸਟੋਰ ਕਰਦਾ। ਤੁਹਾਨੂੰ ਕਿਵੇਂ ਦਿਖਾਈ ਸੀ? ਇਹ ਇਸ ਮੀਡੀਅਮ 'ਤੇ એનર્ਜੀ ਸਟੋਰ ਸੀ, ਆਪਾਂ ਡਿਸੈਂਬਲ ਵੀ ਕਰਤਾ ਸਾਰਾ, ਫਿਰ ਇਹਨੂੰ ਜੋੜਿਆ। ਜਿਨ੍ਹਾਂ ਨੇ ਨਹੀਂ ਦੇਖਿਆ 4th ਲੈਕਚਰ ਦੇ ਸਭ ਤੋਂ ਲਾਸਟ 'ਤੇ ਸ਼ਿਫਟ ਕਰ ਜਿਓ, ਠੀਕ ਹੈ। ਬਾਕੀ ਜੇ ਤੁਸੀਂ ਸਾਰੀ ਕਹਾਣੀ ਪੜ੍ਹੋਗੇ ਉੱਥੇ ਤੁਹਾਨੂੰ ਵਧੀਆ ਗੱਲ ਵੀ ਇੱਕ ਸੁਣਾਈ ਸੀ ਮੈਂ ਆਪਦੀ ਹੱਡਬੀਤੀ ਦੀ, ਆਪਦੀ ਲਾਈਫ ਦੀ, ਠੀਕ ਹੈ। ਸੋ ਹੁਣ ਮੈਂ ਕੀ ਕਰਾਂਗਾ, ਪਹਿਲਾਂ ਤਾਂ ਤੁਹਾਨੂੰ ਦਿਖਾ ਦਾਂ ਕਿ ਵਾਕਈ ਕਪੈਸੀਟਰ એનર્ਜੀ ਸਟੋਰ ਕਰਦਾ, ਪਰ ਤਰੀਕਾ ਥੋੜਾ ਮਾਡਰਨ, ਪੁਰਾਣੇ ਵੇਲਿਆਂ ਨਾਲੋਂ ਅਲੱਗ। ਉਹ ਸਾਡੇ ਕੋਲ ਲੀਡਰ ਚਾਰਜ ਸੀਗਾ। ਅੱਜ ਕੱਲ੍ਹ ਸਾਨੂੰ ਪਤਾ ਹੈ ਕਿ ਕਪੈਸੀਟਰ ਮਾਰਕੀਟ 'ਚ ਇਦਾਂ ਦੇ ਅਵੇਲੇਬਲ ਹੁੰਦੇ ਨੇ, ਠੀਕ ਹੈ। ਜਾਂ ਇਦਾਂ ਦੇ ਅਵੇਲੇਬਲ ਹੁੰਦੇ ਨੇ ਬੇਟਾ, ਇਹਨੂੰ ਅਸੀਂ ਸਿਲੰਡਰੀਕਲ ਕਪੈਸੀਟਰ ਕਹਿ ਸਕਦੇ ਹਾਂ, ਜਾਂ ਫਿਰ ਇਦਾਂ ਦੇ ਅਵੇਲੇਬਲ ਹੁੰਦੇ ਨੇ। ਇਹਦੇ 'ਚ ਦੋਨੇ ਪਲੇਟਸ ਇੱਕ ਦੂਜੇ ਦੇ ਪੈਰਲਲ ਹੁੰਦੀਆਂ, ਰਾਈਟ। ਸੋ ਬਹੁਤ ਸਾਰੇ ਅਨਿਕਾ ਜਾਂ ਟਿੰਗੂ ਜਾਂ ਇਹ ਵੀ ਪੈਰਲਲ ਪਲੇਟ ਕਪੈਸੀਟਰ, ਇਹ ਆਹ ਦੇਖੋ ਤੁਹਾਨੂੰ ਦਿਖਦਾ ਨਿੱਕੂ ਜਾਂ, ਤੇ ਬਸ ਇਹਨਾਂ ਦੀ ਕਪੈਸਿਟੈਂਸ ਬਹੁਤ ਹੁੰਦੀ ਬੇਟੇ, ਮੇਰੀ ਅੱਖਾਂ ਨਾਲ ਤਾਂ ਮੇਰੇ ਕੋਲ ਪੜ੍ਹੀ ਨਹੀਂ ਜਾਣੀ। ਸੁਣੋ, ਕੀ ਕਪੈਸੀਟਰ એનર્ਜੀ ਸਟੋਰ ਕਰਦਾ ਹੈ? ਉਹਦੇ ਲਈ ਆਪਾਂ ਕੀ ਕਰਾਂਗੇ, ਮੇਰਾ ਐਕਸਪੈਰੀਮੈਂਟ ਕੀ ਹੈ? ਮੇਰਾ ਐਕਸਪੈਰੀਮੈਂਟ ਹੈ ਕਿ ਮੇਰੇ ਕੋਲ ਬੇਟੇ ਆਹ ਇੱਕ ਬੈਟਰੀ ਹੈ, ਠੀਕ ਹੈ। ਇਸ ਬੈਟਰੀ ਦਾ ਜਿਹੜਾ ਆਹ ਟਰਮੀਨਲ ਹੁੰਦਾ ਨਿੱਕਾ, ਇਹ ਹੁੰਦਾ ਪੋਜ਼ਿਟਿਵ, ਆਹ ਹੁੰਦਾ ਨੈਗੇਟਿਵ। ਆਹ ਬੇਟੇ ਮੇਰੇ ਕੋਲ ਹੈਗੀ LED। ਜਦੋਂ ਮੈਂ ਇਹਦੇ ਨਾਲ ਇਹਨੂੰ ਟੱਚ ਕਰਦਾ, ਤਾਂ ਤੁਸੀਂ ਦੇਖ ਸਕਦੇ ਹੋ ਕਿ LED ਗਲੋ ਕਰ ਰਹੀ। ਕਿੰਨੀ ਗਲੋ ਕਰ ਰਹੀ ਹੈ ਨੋਟ ਕਰ ਲਓ। ਰਾਈਟ, ਮੈਂ ਇਹਨੂੰ ਆਹ ਡੱਕੇ ਦੇ ਉੱਤੇ ਤਾਂ ਲਾ ਲਿਆ ਤਾਂ ਕਿ ਮੈਂ ਇਹਨੂੰ ਹੈਂਡਲ ਕਰ ਪਾਵਾਂ। ਆਹ ਦੇਖੋ ਕਿੰਨੀ ਗਲੋ ਕਰ ਰਹੀ, ਨੋਟ ਕਰ ਲਈ। ਹੁਣ ਆਪਾਂ ਕੀ ਕਰਨਾ ਹੈ, ਇਸ ਤੋਂ ਬਾਅਦ ਮੇਰੇ ਕੋਲ ਆਹ ਕਪੈਸੀਟਰ ਹੈ ਬੇਟੇ। ਤੇ ਦੇਖੋ ਬੇਟੇ, ਮੈਂ ਕਪੈਸੀਟਰ ਦੇ ਨਾਲ ਜਦੋਂ ਇਹਨੂੰ ਲਾਉਣਾ ਤਾਂ ਆਫਕੋਰਸ ਕੁਝ ਨਹੀਂ ਹੋਣਾ ਚਾਹੀਦਾ, ਕਿਹੜਾ ਬੈਟਰੀ ਹੈ। ਲੇਕਿਨ ਆਪਾਂ ਇਹ ਕਿਹਾ ਕਿ ਕਪੈਸੀਟਰ એનર્ਜੀ ਸਟੋਰ ਕਰ ਸਕਦਾ ਹੈ। ਕਿਵੇਂ ਸਟੋਰ ਕਰ ਸਕਦਾ? ਮੈਂ ਜੇਕਰ ਇਹਦੇ ਤੇ એનર્ਜੀ ਸਟੋਰ ਕਰਾਂਗਾ ਜਦੋਂ ਮੈਨੂੰ ਕਿਸੇ ਸੋਰਸ ਨਾਲ ਲਾਵਾਂਗਾ, ਜਿਵੇਂ ਆਪਾਂ ਇਹਦੇ 'ਚ એનર્ਜੀ ਸਟੋਰ ਕੀਤੀ ਸੀ ਵੈਨ ਡੀ ਗ੍ਰਾਫ ਤੋਂ। ਹੁਣ ਆਪਾਂ એનર્ਜੀ ਕਿਹਦੇ ਤੋਂ ਸਟੋਰ ਕਰ ਸਕਦੇ ਹਾਂ? ਤੁਹਾਨੂੰ ਪਹਿਲੇ ਲੈਕਚਰ 'ਚ ਜਿਹੜਾ ਕਪੈਸਿਟੈਂਸ ਪੜਾਉਣ ਲੱਗਿਆ, ਪਹਿਲਾ ਲੈਕਚਰ ਸੀ, ਦੱਸਿਆ ਸੀ ਵੀ ਇਹਦੇ ਨਾਲ ਕਰ ਲਈਦੀ ਹੈ। ਕਿਵੇਂ ਕਰਾਂਗੇ ਬੇਟਾ? ਆਪਾਂ ਜਿਹੜਾ ਕਪੈਸੀਟਰ ਹੈ ਉਹਨੂੰ ਇਹਦੇ ਨਾਲ ਸਿਰਫ ਟੱਚ ਐਂਡ ਗੋ, ਬਸ ਇੱਕ ਗੱਲ ਪੱਕੀ ਕਿ ਇਹਦੇ 'ਚ એનર્ਜੀ ਸਟੋਰ ਹੋ ਗਈ ਹੈ। ਤੁਹਾਨੂੰ ਯਾਦ ਹੈ ਕਿ ਇਹਦੇ ਨਾਲ LED ਜਗੀ ਸੀ, ਇਹਦੇ ਨਾਲ ਨਹੀਂ ਜਗੀ ਸੀ। ਪਰ ਹੁਣ ਧਿਆਨ ਨਾਲ ਦੇਖਣਾ ਕੀ ਹੋਊਗਾ। ਮੈਂ ਇਹਨੂੰ ਪਕੜਿਆ ਬੇਟੇ, ਪਕੜਨ ਤੋਂ ਬਾਅਦ ਆ ਜਿਹੜੀ ਮੇਰੀ LED ਵਾਲਾ ਕੰਮ ਜਿਹਨੂੰ ਮੈਂ ਨੇੜੇ ਲੈ ਕੇ ਗਿਆ, ਚੈੱਕ ਕਰਿਓ ਕੀ ਹੁੰਦਾ, ਦੇਖਿਆ। ਲੇਕਿਨ ਇੱਕ ਗੱਲ ਹੋਰ ਨੋਟ ਕਰੋ, ਜਿਵੇਂ ਮੈਂ ਇਹਨੂੰ ਟੱਚ ਕਰਕੇ ਰੱਖਦਾ, ਜੇ ਇਫ ਯੂ ਕੈਨ ਸੀ ਦੈਟ ਅਜੇ ਵੀ ਲਾਈਟ ਜਗ ਰਹੀ ਹੋਣੀ ਹੈ ਨਾ, ਹਲੋ, ਠੀਕ ਹੈ। ਲੇਕਿਨ ਹੌਲੀ ਹੌਲੀ ਕਰਕੇ ਇਹ ਲਾਈਟ ਜਿਹੜੀ ਨੇ ਬੁਝ ਜੇਗੀ। ਕਾਰਨ ਕਿਉਂਕਿ ਜਿਹੜਾ ਕਪੈਸੀਟਰ ਹੈ ਜਿੰਨੀ એનર્ਜੀ ਉਹਦੇ 'ਚ ਬੈਟਰੀ ਕਰਕੇ ਸਟੋਰ ਹੋਈ ਹੈ, ਹਾਂ ਮੈਂ ਨਾਲ ਹੀ ਅਟੈਚ ਕਰਤਾ। ਦੇਖੋ ਹੌਲੀ ਹੌਲੀ ਕਰਕੇ ਘਟਦੀ ਜਾਂਦੀ, ਇੱਕ ਟਾਈਮ ਆਏਗਾ ਜਦੋਂ ਖਤਮ ਹੋ ਜਾਏਗੀ, ਜਦੋਂ ਕਪੈਸੀਟਰ ਫੁੱਲੀ ਡਿਸਚਾਰਜ ਹੋ ਜਾਏਗਾ। ਇਹਦਾ ਮਤਲਬ ਇਹਦੇ 'ਚ ਕੀ ਫਰਕ ਹੈ? ਬੈਟਰੀ ਨਾਲ ਜਦੋਂ ਮਰਜ਼ੀ ਲਾਓ ਬੇਟਾ ਤੁਸੀਂ, ਠੀਕ ਹੈ। ਜਿਵੇਂ ਮੈਂ ਜੇ ਬੈਟਰੀ ਨਾਲ ਲਾਉਣਾ ਚਾਹਾਂ, ਜਦੋਂ ਮਰਜ਼ੀ ਲਾ ਕੇ ਰੱਖੋ ਤੁਸੀਂ, ਇਹਨੇ ਜਗੀ ਹੋ ਜਾਣਾ, ਸਮਝ ਲਿਓ। ਲੇਕਿਨ ਕਪੈਸੀਟਰ ਦੇ ਵਿੱਚ એનર્ਜੀ ਟੈਂਪਰੇਰੀਲੀ ਸਟੋਰ ਹੋਈ ਸੀ, ਅਸੀਂ ਲੈ ਲਈ। ਸੋ ਕਪੈਸੀਟਰ ਦੀ ਇੱਕ ਗੱਲ ਯਾਦ ਰੱਖੋ ਕਿ ਇਹ ਪਰਮਾਨੈਂਟ ਸਟੋਰੇਜ ਆਫ એનર્ਜੀ ਉਵੇਂ ਨਹੀਂ ਹੈਗੀ ਕਿ ਜਿਹਦੇ ਤੋਂ ਆਪਾਂ ਲਗਾਤਾਰ એનર્ਜੀ ਲੈ ਸਕੀਏ। ਜਿੰਨੀ એનર્ਜੀ ਸਟੋਰ ਹੈ ਉਹ ਨਾਲ ਦੀ ਨਾਲ ਡਿਸਚਾਰਜ ਜਦੋਂ ਹੋਇਆ ਖਤਮ ਹੋ ਜਾਣੀ ਹੈ। ਇਹਦੇ ਵਿੱਚ ਕੈਮੀਕਲ ਪ੍ਰੋਸੈਸਿਸ ਦੇ ਕਰਕੇ ਲਗਾਤਾਰ ਆਪਾਂ ਉਹ એનર્ਜੀ ਲੈ ਸਕਦੇ ਹਾਂ, ਕਿਉਂਕਿ ਅੰਦਰ ਕੈਮੀਕਲ ਰਿਐਕਸ਼ਨ ਹੁੰਦੀ ਰਹਿੰਦੀ ਹੈ, ਉਹਦੇ ਕਰਕੇ ਆਪਾਂ ਨੂੰ ਬਾਹਰ ਇਨ ਦਾ ਫਾਰਮ ਆਫ ਇਲੈਕਟ੍ਰਿਕ એનર્ਜੀ ਜਿਹੜੀ ਉਹ ਮਿਲਦੀ ਰਹਿੰਦੀ ਹੈ। ਸੋ ਇਹਦੇ 'ਚ ਕੈਮੀਕਲ એનર્ਜੀ ਇਲੈਕਟ੍ਰਿਕ એનર્ਜੀ 'ਚ ਕਨਵਰਟ ਹੁੰਦੀ ਹੈ, ਸਾਨੂੰ ਪਤਾ ਹੈ। ਬਟ ਮੇਰਾ ਫਿਰ ਉਹੀ ਕਹਿਣਾ ਹੈ ਬੇਟੇ ਕਿ ਇਹ ਬਿਊਟੀਫੁਲ ਹੈਗਾ, ਬਟ ਇਹ ਬਿਊਟੀਫੁਲ ਤਾਂ ਹੈ ਡਿਊ ਟੂ ਇਟਸ ਮੈਥਮੈਟਿਕਸ। ਸੋ ਆਪਾਂ ਉਹਨੂੰ ਸਮਝਦੇ ਹਾਂ ਸਾਰੇ ਜਣੇ ਕਿ ਐਕਚੁਅਲੀ ਸੀਨ ਕੀ ਹੈ, ਕਿ ਮੇਰਾ ਇੱਕ ਕਪੈਸੀਟਰ ਹੈ ਆ ਪਿਆ। ਤੁਸੀਂ ਐਂ ਸੋਚ ਲਓ ਕਿ ਜਿਹੜੀਆਂ ਆਪਣੀਆਂ ਦੋਨੋਂ ਪਲੇਟਸ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਇਸ ਟਾਈਮ ਇਹ ਦੋਨੋਂ ਜਿਹੜੀਆਂ ਨੇ ਮਤਲਬ ਨਿਊਟਰਲ ਨੇ,
न्यूट्रल का मतलब है कि दोनों दी प्लेट्स से चार्ज कितना है 0 राइट। मैं ध्यान देवांगा सिर्फ इस प्लेट से, मैं इस प्लेट से 0 टू कैपिटल क्यू चार्ज करना है। सो माई एम इज 0 तो कैपिटल क्यू चार्ज ਨੂੰ ਲੈ ਕੇ ਆਉਣਾ। ਹੁਣ 0 ਤੋਂ ਕੈਪੀਟਲ ਕਿਊ ਲੈ ਕੇ ਆਉਣ ਦੇ ਲਈ ਮੈਨੂੰ ਕੀ ਕਰਨਾ ਪਏਗਾ ਕਿ ਪੱਕੀ ਗੱਲ ਹੈ ਕਿ ਇਸ ਪਲੇਟ ਦੇ ਉੱਤੇ ਹੌਲੀ ਹੌਲੀ ਕਰਕੇ ਚਾਰਜ ਦੇਣਾ ਪਏਗਾ, ਜਿਵੇਂ ਆਪਾਂ ਉਦੋਂ ਦਿੱਤਾ ਸੀਗਾ, ਯਾਦ ਹੈ ਨਾ, ਮੈਂ ਇਹਨੂੰ ਐਂਡੀਗ੍ਰਾਫ ਲਾਇਆ ਸੀਗਾ। ਤੁਸੀਂ ਇਹ ਸੋਚੋ ਕਿ ਆਪਾਂ ਕਿਤੋਂ ਥੋੜਾ ਜਿਹਾ ਚਾਰਜ ਮੰਗ ਕੇ ਲਿਆਉਣੇ ਆ, ਦੇ ਦਿੰਦੇ ਆ। ਮੈਂ ਜੇਕਰ 0 ਤੋਂ ਥੋੜਾ ਜਿਹਾ ਚਾਰਜ ਨੂੰ ਦਿਆਂਗਾ ਐਂਡ ਜਦੋਂ ਉਸ ਤੋਂ ਬਾਅਦ ਅਗਲਾ ਚਾਰਜ ਦਿਆਂਗਾ, ਵੈਰੀ ਓਬਵੀਅਸ ਇਹ ਉਵੇਂ ਹੀ ਹੈ ਜਿਵੇਂ ਤੁਸੀਂ ਰੋਟੀ ਖਾਂਦੇ ਹੋ, ਮੰਨ ਲਓ ਹੈ ਨਾ, ਰੋਟੀ ਖਾਂਦੇ ਹੋ ਤੁਹਾਨੂੰ ਬਹੁਤ ਭੁੱਖ ਲੱਗੀ ਹੋਵੇ, ਪਹਿਲੀ ਬੁਰਕੀ ਤੁਸੀਂ ਆਰਾਮ ਨਾਲ ਲੈ ਲਓਗੇ, ਪਹਿਲੀ ਰੋਟੀ ਮੰਨ ਲਓ ਆਰਾਮ ਨਾਲ ਖਾ ਕੇ। ਹੁਣ ਜਦੋਂ ਇੱਕ ਵਾਰੀ ਇੱਕ ਰੋਟੀ ਚਲੀ ਗਈ, ਹੁਣ ਮੇਰੀ ਐਨਾਲੋਜੀ ਇਹ ਗੱਲ ਨੂੰ ਵੈਸੇ ਤੁਸੀਂ ਇਹਦੇ ਨਾਲ ਨਾ ਜੋੜਨਾ, ਇਹ ਮੈਂ ਆਪੇ ਸਮਝਾ ਲਾਂਗਾ ਕਿ ਜਦੋਂ ਤੁਸੀਂ ਹੁਣ ਅਗਲੀ ਕੋਈ ਵੀ ਬੁਰਕੀ ਖਾ ਰਹੇ ਹੋ ਨਾ, ਜਦੋਂ ਤੁਹਾਡਾ ਪੇਟ ਭਰ ਗਿਆ ਤਾਂ ਤੁਹਾਨੂੰ ਪਹਿਲੇ ਨਾਲੋਂ ਜ਼ਿਆਦਾ ਅਪੋਜ਼ ਕਰ ਰਹੀ ਬੋਡੀ। ਸਿਮਿਲਰਲੀ ਸਾਡੇ ਇੱਥੇ ਥੋੜੀ ਡਿਫਰੈਂਟ ਗੱਲ ਹੈ, ਉਰੇ ਆਪਾਂ ਕੀ ਦਿੰਦੇ ਪਏ ਚਾਰਜ। ਜਦੋਂ ਇੱਕ ਵਾਰੀ ਪਲੱਸ ਕਿਊ ਜਿਵੇਂ ਜਿਵੇਂ ਚਾਰਜ ਆ ਰਿਹਾ ਹੈ, ਜਿਹੜਾ ਚਾਰਜ ਇਹਦੇ ਤੇ ਕਿਊਮੂਲੇਟ ਹੋ ਗਿਆ, ਮੰਨ ਲਓ ਕਿ ਮੈਂ ਪਹਿਲਾਂ ਥੋੜਾ ਜਿਹਾ ਚਾਰਜ ਇਦਾਂ ਬਣਾਤਾ ਐਂਡ ਇਧਰਲੀ ਸਾਈਡ ਤੇ ਉਨਾ ਹੀ ਆਫ ਕੋਰਸ ਨੈਗੇਟਿਵ ਆ ਗਿਆ ਐਂਡ ਇਧਰਲੀ ਸਾਈਡ ਅਰਥ ਕੀਤੀ ਹੋਈ ਬਣਾਉਣ ਦੀ ਲੋੜ ਨਹੀਂ ਹੁੰਦੀ। ਹੁਣ ਜਿਹੜਾ ਇਹ ਚਾਰਜ ਆ ਗਿਆ, ਜੇ ਆਪਾਂ ਹੋਰ ਚਾਰਜ ਦੇਾਂਗੇ, ਮਤਲਬ ਅਜੇ ਤੱਕ ਕੈਪੀਟਲ ਕਿਊ ਨਹੀਂ ਹੋਇਆ, ਜੇ ਹੋਰ ਚਾਰਜ ਦੇਾਂਗੇ ਤਾਂ ਉਹ ਇਹਨੂੰ ਕੀ ਕਰੇਗਾ, ਰਿਪੈਲ ਕਰੇਗਾ। ਸੋ ਆਉਣਾ ਔਖਾ ਹੈ। ਆਉਣਾ ਔਖੇ ਦਾ ਮਤਲਬ ਇਹ ਹੈ, ਦਿਸ ਇਜ਼ ਲਾਈਕ ਐਵੇਂ ਹੈ ਕਿ ਜਿਵੇਂ ਇੱਕ ਸਪ੍ਰਿੰਗ ਹੈ, ਇਹ ਸਪ੍ਰਿੰਗ ਨੂੰ ਆਪਾਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੰਪਰੈਸ। ਜੇ ਅਸੀਂ ਕੰਪਰੈਸ ਕਰਾਂਗੇ ਤਾਂ ਪੱਕੀ ਗੱਲ ਹੈ ਕਿ ਸਾਨੂੰ ਕੀ ਕਰਨਾ ਪਏਗਾ, ਵਰਕ ਕਰਨਾ ਪਏਗਾ। ਦਿਸ ਇਜ਼ ਲਾਈਕ ਦੈਟ, ਇੱਕ ਤਰੀਕੇ ਨਾਲ ਸਪ੍ਰਿੰਗ ਬਣ ਗਿਆ ਵੀ ਹੋਰ ਕੋਈ ਵੀ ਚਾਰਜ ਆਏਗਾ ਇਹ ਕਹੇਗਾ ਨਾ ਮੈਂ ਨਹੀਂ ਆਉਣ ਦੇਣਾ, ਇਹ ਰਿਪੈਲ ਕਰੇਗਾ। ਇਹਦਾ ਮਤਲਬ ਹੈ ਆਪਾਂ ਨੂੰ ਵਰਕ ਕਰਨਾ ਪਏਗਾ, ਠੀਕ ਹੈ। ਸੋ ਜਦੋਂ ਤੁਹਾਨੂੰ ਉਹ ਵਰਕ ਕਰਨਾ ਪਏਗਾ, ਉਹ ਉਸ ਵਰਕ ਨੇ ਹੀ ਇਹਦੇ 'ਚ ਕਿਹੜੀ એનર્ਜੀ ਬਣ ਕੇ ਸਟੋਰ ਹੋ ਜਾਣਾ, ਇਹ ਜਿਹੜੀ ਇਲੈਕਟ੍ਰੋਸਟੈਟਿਕ એનર્ਜੀ ਬਣ ਕੇ ਸਟੋਰ ਹੋ ਜਾਣਾ। ਸੋ ਤੁਹਾਨੂੰ ਪ੍ਰੋਸੈਸ ਸਮਝ ਆ ਗਿਆ ਕਿ ਮੈਂ ਕੀ ਕਰਾਂਗਾ, ਮੈਂ ਹੌਲੀ ਹੌਲੀ ਇਹਨੂੰ ਚਾਰਜ ਦਿਆਂਗਾ, ਚਾਰਜ ਦੇ ਕੇ ਵਰਕ ਕੱਢਾਂਗਾ। ਮੇਰਾ ਪ੍ਰੋਸੈਸ ਯਾਦ ਰੱਖ ਲਓ, ਚਾਰਜ ਦਿਆਂਗੇ, ਚਾਰਜ ਦੇ ਕੇ ਵਰਕ ਕੱਢਾਂਗੇ, ਵਰਕ ਜਿਹੜਾ ਸਾਡਾ ਕੀ ਬਣ ਜਾਏਗਾ, એનર્ਜੀ। ਹੁਣ ਇਸ ਟੌਪਿਕ ਨੂੰ ਸਮਝਣ ਦੇ ਪ੍ਰੀ ਰਿਕੁਇਜ਼ਿਟਸ ਕੀ ਨੇ, ਕੀ ਆਪਾਂ ਨੂੰ ਪਹਿਲਾਂ ਹੀ ਸਮਝ ਹੋਣੀ ਚਾਹੀਦੀ ਹੈ। ਨੰਬਰ 1 ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ dV ਜਾਂ ਕੁਝ ਵੀ ਕਹ ਲਓ, ਇਹ ਹੁੰਦਾ ਵਰਕ ਡਨ ਪਰ ਯੂਨਿਟ ਚਾਰਜ, ਠੀਕ ਹੈ। ਜਦ ਤੁਸੀਂ ਸਿੰਪਲੀ ਕਹਿ ਦੋ ਕਿ ਜਿਹੜਾ ਪੋਟੈਂਸ਼ੀਅਲ ਹੁੰਦਾ ਹੈ, ਕਿ ਜਿਹੜਾ ਪੋਟੈਂਸ਼ੀਅਲ ਹੁੰਦਾ ਨਾ ਉਹ ਹੁੰਦਾ ਵਰਕ ਡਨ ਪਰ ਯੂਨਿਟ ਚਾਰਜ, ਠੀਕ ਹੈ। ਇੱਕ ਗੱਲ ਤਾਂ ਯਾਦ ਰੱਖੋ। ਨੰਬਰ 2 ਤੇ ਦੂਜੀ ਗੱਲ ਕਿਹੜੀ ਯਾਦ ਰੱਖਣੀ ਹੈ, ਉਹ ਵੈਸੇ ਤਾਂ ਸੌਖੀ ਬਹੁਤ ਹੈ ਕਿ x dx ਦਾ ਇੰਟੈਗਰਲ ਕਿਵੇਂ ਕੱਢੀਦਾ ਹੈ ਨਾ, ਰਿਪੀਟ ਕਰਨ ਦੀ ਲੋੜ ਹੈਗੀ ਇਹਨੂੰ। ਆਫ ਕੋਰਸ ਪਾਵਰ ਇੱਕ ਵੱਧ ਜਾਣੀ, ਨੀਚੇ ਨਵੀਂ ਪਾਵਰ ਨਾਲ ਡਿਵਾਈਡ ਕਰ ਦੇਣਾ, ਲਿਮਿਟਸ ਜਿਹੜੀਆਂ ਹੋਣਗੀਆਂ ਉਹ ਇੱਥੇ ਆਪਾਂ ਪੁੱਟ ਕਰ ਦਾਂਗੇ, ਇਹ ਆਪਣਾ ਆਨਸਰ ਆ ਜਾਣਾ। ਸੋ ਥੀਸ ਆਰ ਦ 2 ਪ੍ਰੀ ਰਿਕੁਇਜ਼ਿਟਸ। ਜੇ ਇਹ ਸਮਝ ਰਹੇ ਤਾਂ ਇਹਦਾ ਟੌਪਿਕ ਆ ਗਿਆ, ਠੀਕ ਹੈ। ਆ ਇਹ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਤੋਂ ਆਇਆ ਹੋਇਆ ਹੈ। ਸੋ ਕਿਵੇਂ ਕਰਾਂਗੇ, ਅਸੀਂ ਇਹ ਮੰਨ ਲੈਂਦੇ ਕਿ 0 ਤੋਂ ਲੈ ਕੇ ਕੈਪੀਟਲ ਕਿਊ ਦੇ ਵਿੱਚ ਨਾ ਕਿਤੇ ਇੱਕ ਸਮੋਲ ਚਾਰਜ ਕਿਊ ਆ ਚੁੱਕਿਆ ਆਲਰੇਡੀ, ਤਾਂ ਮੈਂ ਇਹਦੇ ਜਿਹੜਾ ਇਹ ਪ੍ਰੈਜ਼ੈਂਟ ਚਾਰਜ ਹੈ ਉਹ ਕਿੰਨਾ, ਸਮੋਲ ਕਿਊ। ਇਜ਼ ਦੈਟ ਓਕੇ? ਵੀ ਆਲ ਨੋ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਇਹਦੇ ਤੇ ਚਾਰਜ ਦਿਓ ਨਾ ਦਿਓ, ਕਪੈਸਿਟਰ ਦੀ ਕਪੈਸਿਟੈਂਸ ਫਿਕਸ ਹੁੰਦੀ ਹੈ। ਮੈਂ ਮੰਨ ਲੈਣਾ ਕਿ ਜਿਹੜੀ ਇਹਦੀ ਕਪੈਸਿਟੈਂਸ ਹੈ ਉਹ ਕਿੰਨੀ ਬੇਟੇ, C, ਠੀਕ ਹੈ। ਹੁਣ ਜਦੋਂ ਤੁਸੀਂ ਚਾਰਜ ਦਿਓਗੇ, ਚਾਰਜ ਜਦੋਂ ਦਿਓਗੇ, ਇੱਥੇ ਜਦੋਂ ਪਲੱਸ ਕਿਊ ਆ ਗਿਆ, ਇੱਥੇ ਕੋਈ ਮਾਈਨਸ ਕਿਊ ਉਦੋਂ ਆ ਹੀ ਜਾਣਾ ਹੈ, ਇਹਨੇ ਕਰਕੇ ਇੱਥੇ ਇੱਕ ਪੋਟੈਂਸ਼ੀਅਲ ਡਿਫਰੈਂਸ ਆ ਗਿਆ, ਹੈ ਨਾ। ਐਟ ਐਨੀ ਇੰਟਰਮੀਡੀਏਟ ਸਟੇਜ, ਐਟ ਐਨੀ ਇੰਟਰਮੀਡੀਏਟ ਮਤਲਬ ਉਹਦਾ ਵਿਚਕਾਰ ਵਾਲੀ ਸਟੇਜ, ਜਦੋਂ ਤੁਸੀਂ ਨਾ ਤਾਂ ਜੇ 0 ਤੇ ਹੋ ਨਾ ਹੀ ਕਿਸੇ ਕੈਪੀਟਲ ਕਿਊ ਤੇ ਪਹੁੰਚੇ ਹੋ, ਐਟ ਐਨੀ ਇੰਟਰਮੀਡੀਏਟ ਸਟੇਜ C ਬਰਾਬਰ ਜਿਹੜਾ ਹੈ ਉਹ ਕਿੰਨੇ ਹੋਊਗਾ, ਜਿੰਨਾ ਚਾਰਜ ਆ ਚੁੱਕਿਆ ਹੈ ਡਿਵਾਈਡਡ ਬਾਈ ਕੀ ਬੇਟੇ, V। ਇਜ਼ ਦੈਟ ਓਕੇ? ਇਥੋਂ V ਕਿੰਨੇ ਬਰਾਬਰ ਆ ਗਿਆ, ਜਲਦੀ ਜਲਦੀ ਕਰਾ ਦੋ, ਬੜਾ ਸੌਖਾ ਹੈ, Q ਬਾਈ C, ਇਹਨੂੰ ਨੰਬਰ 1 ਪਾ, ਹੈ ਨਾ। ਹੁਣ ਜਦੋਂ ਤੁਸੀਂ ਪੋਟੈਂਸ਼ੀਅਲ ਦੇ ਚੁੱਕੇ, ਪੋਟੈਂਸ਼ੀਅਲ ਕੀ ਹੁੰਦਾ, ਵਰਕ ਡਨ ਪਰ ਯੂਨਿਟ ਚਾਰਜ। ਹੁਣ ਜੇਕਰ ਵਰਕ ਡਨ ਪਰ ਯੂਨਿਟ ਚਾਰਜ V ਹੈ, ਵਰਕ ਡਨ ਪਰ ਯੂਨਿਟ ਚਾਰਜ V ਹੈ, ਤੁਸੀਂ ਕੋਈ ਸਾਰਾ ਸਿੱਧਾ ਹੋਰ ਚਾਰਜ ਦੇਣਾ ਸੀ, ਕਿੰਨਾ ਦੇਣਾ, ਕਿੰਨਾ ਹੈ ਕਰੋ, dq ਦੇ ਕੇ ਦੇਖੋ। ਅਸੀਂ ਕਿਹਾ ਚਲੋ ਠੀਕ ਹੈ, dq ਅਲਟੀਮੇਟਲੀ ਕੀ ਕਰਨਾ ਹੈ, ਆ ਪਹੁੰਚਾਉਣਾ ਹੈ। ਜਦੋਂ ਆਪਾਂ dq ਚਾਰਜ ਹੋਰ ਦੇਾਂਗੇ, ਆਹ ਵਾਲਾ ਚਾਰਜ ਇਹਨੂੰ ਹੋਰ ਦੇਾਂਗੇ ਤਾਂ ਇਹਨੇ ਉਹਨੂੰ ਰਿਪੈਲ ਕਰਨਾ ਹੈ, ਠੀਕ ਹੈ। ਤਾਂ ਆਪਾਂ ਲਿਖਾਂਗੇ ਸਮਾਲ ਵਰਕ ਡਨ, ਬੜਾ ਸੌਖਾ ਕੰਮ ਹੈ ਬੇਟੇ, ਵਰਕ ਡਨ ਇਨ ਗਿਵਿੰਗ ਕਿੰਨਾ ਚਾਰਜ, ਐਡੀਸ਼ਨਲ dq ਚਾਰਜ। ਇਸ ਹਾਂ ਵੇਖੋ, ਜੇਕਰ ਯੂਨਿਟ ਚਾਰਜ ਦੇਣ ਤੇ V ਵਰਕ ਹੋਇਆ, ਪੋਟੈਂਸ਼ੀਅਲ ਦਾ ਮਤਲਬ ਇਹ ਹੁੰਦਾ ਹੈ, ਫਿਰ dq ਚਾਰਜ ਦੇਣ ਤੇ ਕਿੰਨਾ ਵਰਕ ਹੋਏਗਾ, ਉਹ ਹੋਏਗਾ dq V, ਮਲਟੀਪਲਾਈ ਕਰਨਾ। ਜੇ ਇੱਕ ਚੀਜ਼ 2 ਰੁਪਏ ਨਹੀਂ ਆਉਂਦੀ ਹੈ ਤਾਂ 5 ਚੀਜ਼ਾਂ ਕਿੰਨੇ ਨਹੀਂ ਆਉਣਗੀਆਂ, ਮਲਟੀਪਲਾਈ ਕਰਕੇ ਕੱਢੋਗੇ। ਸੋ ਸਮਾਲ ਵਰਕ ਡਨ ਕਿਹਦੇ ਬਰਾਬਰ ਆ ਗਿਆ, dw ਇਜ਼ ਇਕੁਅਲ ਟੂ ਕਿੰਨਾ, dq ਕਿੰਨਾ ਬੇਟੇ, V। ਇੱਥੇ ਲਿਆ ਕੇ ਵੈਲਿਊ ਭਰ ਦੋ, V ਦੀ ਵੈਲਿਊ ਭਰ ਦੋ। ਤਾਂ V ਦੀ ਵੈਲਿਊ ਜਦੋਂ ਤੁਸੀਂ ਭਰੋਗੇ, ਮੈਂ ਪਹਿਲਾਂ ਲਿਖ ਰਿਹਾ Q ਬਾਈ C ਤੇ dq ਨੂੰ ਥੋੜਾ ਪਿੱਛੇ ਲਿਖ ਰਿਹਾ, ਕਾਰਨ ਸੋਚੋ ਕਿ ਐਵੇਂ ਕਿਉਂ ਕਰ ਰਹੇ ਹਾਂ। ਇਹ ਹੁਣ ਛੋਟਾ ਵਰਕ ਆ ਗਿਆ ਆਪਣੇ ਕੋਲ,
ਠੀਕ ਹੈ। ਸਮਾਲ ਵਰਕ ਤੋਂ ਵੱਡੇ ਵਰਕ ਤੇ ਪਹੁੰਚਣ ਲਈ ਕੀ ਕਰੋਗੇ? ਇੰਟੀਗ੍ਰੇਟਿੰਗ ਬੋਥ ਸਾਈਡਸ। ਕਿਵੇਂ ਇੰਟੀਗ੍ਰੇਟ ਕਰਨਾ ਪਸੰਦ ਕਰੋਗੇ? both sides within proper limits। what are proper limits? ਇਹ ਦੱਸ ਸਕਦੇ ਹੋ? proper limits ਦਾ ਮਤਲਬ ਹੈ ਤੁਹਾਡਾ ਏਮ ਕੀ ਉਹ ਸੋਚੋ। ਅਸੀਂ ਕਿ ਸਾਨੂੰ ਟੋਟਲ ਵਰਕ ਚਾਹੀਦਾ ਹੈ। ਹੁਣ ਇਧਰ ਵੇਖੀ ਤਾਂ ਹੁੰਦਾ ਬੇਟੇ ਕਿ ਚੇਂਜ ਕੌਣ ਹੋ ਰਿਹਾ? ਕੌਣ ਚੇਂਜ ਹੋ ਰਿਹਾ ਭਲਾ? ਚਾਰਜ। ਤੇ ਚਾਰਜ ਕਿੱਥੋਂ ਲੈ ਕੇ ਕਿੱਥੋਂ ਤੱਕ ਹੋ ਰਿਹਾ? 0 ਤੋਂ ਚੱਲਿਆ ਹੋਇਆ ਅਲਟੀਮੇਟਲੀ ਆਪਾਂ ਕਿੰਨਾ ਪਹੁੰਚਾਉਣਾ ਹੈ? ਕੈਪੀਟਲ Q। ਤੇ ਕਿੰਨਾ ਵਰਕ ਹੋਊਗਾ? Q/C ਇਨਟੂ ਕਿੰਨਾ dQ। ਆਈ ਹੋਪ ਤੁਹਾਨੂੰ ਸਮਝ ਲੱਗ ਗਈ। ਮੈਂ ਬੇਟੇ ਦੋਨਾਂ ਪਾਸੇ ਇੰਟੈਗਰਲ ਲਿਆ, ਇਹ ਟੋਟਲ W ਬਣ ਗਿਆ, ਇਹਦਾ ਇੰਟੈਗਰਲ ਲੈ ਲਿਆ। ਹੁਣ ਇੰਟੈਗਰਲ ਚੋਂ ਜਿਹੜੀ ਚੀਜ਼ ਕਾਂਸਟੈਂਟ ਹੁੰਦੀ ਉਹ ਬਾਹਰ ਆ ਜਾਂਦੀ। ਕੀ ਬਾਹਰ ਆ ਗਿਆ? ਦੱਸੋ ਸ਼ਾਬਾਸ਼। ਕੀ ਬਾਹਰ? ਕਾਂਸਟੈਂਟ ਕੌਣ ਹੈ? ਬਾਰ-ਬਾਰ ਕਿੰਨੀ ਵਾਰੀ ਆਪਾਂ ਪ੍ਰੂਵ ਕਰ ਚੁੱਕੇ ਪ੍ਰੈਕਟੀਕਲੀ ਕਿ C ਕਾਂਸਟੈਂਟ ਹੈ ਪੂਰੇ ਐਕਸਪੈਰੀਮੈਂਟ ਦੇ ਵਿੱਚ। ਰੈਡੀ ਕਾਂਸਟੈਂਟ ਹੈ ਇਸ ਕੇਸ, ਠੀਕ ਹੈ। 1/C ਬਾਹਰ ਆ ਗਿਆ, ਅੰਦਰ ਕਿੰਨਾ ਰਹਿ ਗਿਆ? 0 ਤੋਂ ਲੈ ਕੇ ਕੈਪੀਟਲ Q ਤੱਕ Q dQ। ਪਾਵਰ 1 ਕੇ ਬੇਟਾ ਕਰੋ ਇੰਟੈਗਰਲ, ਉਵੇਂ x dx ਕੀ ਕਰੋਗੇ? ਪਾਵਰ 1 ਵਧਾ ਦਿਓਗੇ, नीचे नवी पावर ना डिवाइड कर दोगे, पावर 1 ਵਧਾओगे 2 आएगी, नीचे 2 फ्रॉम 0 तो लेके कैपिटल Q तक। की करोगे हुन? ये आ गया 1/C इनटू कैपिटल Q स्क्वायर बाय 2 माइनस 0 स्क्वायर बाय 2 यानी कि कितना आ गया? Q स्क्वायर बाय 2C। ਇਹਦਾ ਮਤਲਬ ਹੈ ਜਿਹੜਾ ਵਰਕ ਹੈ ਤੁਹਾਡਾ ਉਹ Q स्क्वायर बाय 2C ਆ ਗਿਆ। ਪਹਿਲੀ ਗੱਲ ਹੁਣ ਇਹੀ ਵਰਕ ਜਿਹੜਾ ਨਾ ਦਿਸ ਵਰਕ, ਹੁਣ ਕਹਾਣੀ ਬੇਟਾ ਲਿਖਣੀ ਬਹੁਤ ਜ਼ਰੂਰੀ ਹੈ ਅਗਲੀ ਸਾਰੀ। This work is stored as ਕਿਹੜੀ એનર્ਜੀ? ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਜਾਂ ਕੱਲਾ ਇਲੈਕਟ੍ਰੋਸਟੈਟਿਕ એનર્ਜੀ ਵੀ ਕਹਿ ਸਕਦੇ ਹੋ, ਠੀਕ ਹੈ। ਤਾਂ ਉਹਨੂੰ ਆਪਾਂ U ਨਾਲ ਲਿਖ ਦਾਂਗੇ ਤੇ U ਕਿੰਨੇ ਬਰਾਬਰ ਆ ਗਿਆ? Q ਸਕੁਅਰ ਬਾਈ 2C। ਇਜ਼ ਦੈਟ ਓਕੇ? ਕਲੀਅਰ ਹੋ ਗਿਆ ਸਾਰਿਆਂ ਨੂੰ? ਇੱਥੇ ਜੇ ਕੋਈ ਤੁਹਾਨੂੰ ਪਹਿਲਾ ਕੁਐਸਚਨ ਪੁੱਛੇ ਕਿ U ਤੇ Q ਚ ਡਿਪੈਂਡੈਂਸ ਕਿੱਦਾਂ ਦੀ ਹੈ, ਤਾਂ ਪਹਿਲਾ ਕੁਐਸਚਨ ਇਹ ਆਉਂਦਾ ਹੈ ਕਿ U Q ਸਕੁਅਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਭਾਈ ਸਾਹਿਬ, ਕਿਉਂਕਿ ਆ ਤਾਂ ਕਾਂਸਟੈਂਟ ਹੈ ਹਨਾ। ਇਹਦਾ ਮਤਲਬ ਹੈ ਕਿ ਦੋਨਾਂ ਚ ਗ੍ਰਾਫ ਕਿਵੇਂ ਦਾ ਬਣੇਗਾ? ਜੇ ਤੁਸੀਂ ਦੋਨਾਂ ਚ ਗ੍ਰਾਫ ਬਣਾਉਣਾ ਚਾਹੋ ਬੇਟਾ, ਇਧਰ Q ਲੋ ਇਧਰ U ਲੋ, ਤਾਂ ਗ੍ਰਾਫ ਕਿਵੇਂ ਦਾ ਬਣੇਗਾ? ਪੈਰਾਬੋਲਿਕ। ਕਿਉਂਕਿ ਜਦੋਂ ਗ੍ਰਾਫ ਇੱਕ ਪਾਸੇ ਪਾਵਰ 2 ਹੋਵੇ ਇੱਕ ਪਾਸੇ ਪਾਵਰ 1 ਹੋਵੇ ਤਾਂ ਗ੍ਰਾਫ ਪੈਰਾਬੋਲਿਕ ਬਣਦਾ। ਇਜ਼ ਦੈਟ ਓਕੇ? ਅਗਲੀ ਗੱਲ ਇਹ ਗੱਲ ਸੋਚੋ ਕਿ ਵੀ U ਜਿਹੜਾ ਹੈ ਉਹ ਬਰਾਬਰ Q ਸਕੁਅਰ ਬਾਈ 2C ਹੈ। ਮੰਨ ਲਓ ਕਰਦੇ ਜਿਹੜਾ ਟੋਟਲ ਪੋਟੈਂਸ਼ੀਅਲ ਹੈ ਉਹ ਕੈਪੀਟਲ V ਬਣ ਗਿਆ ਬੇਟਾ। ਮੈਂ ਥੋੜਾ ਸਿੰਬਲ ਚ ਡਿਫਰੈਂਸ਼ੀਏਟ ਕਰ ਰਿਹਾ, ਆ ਬਣ ਗਿਆ। ਜਦੋਂ ਤੁਸੀਂ ਇੱਥੇ ਕੈਪੀਟਲ Q ਚਾਰਜ ਦੇਤਾ ਅਲਟੀਮੇਟਲੀ ਇੱਥੇ ਪਲੱਸ Q ਆ ਗਿਆ, ਉਰੇ ਮਾਈਨਸ Q ਆ ਗਿਆ। ਕੁਆਇਟ ਆਬਵੀਅਸ ਹੈ ਕਿ ਜਿਵੇਂ ਜਿਵੇਂ ਤੁਹਾਡਾ ਇਹ ਵੱਧਦਾ ਜਾਏਗਾ ਉਵੇਂ ਇਹਨੇ ਵੀ ਵੱਧਦੇ ਜਾਣਾ ਤਾਂ ਕਿ ਆ ਕਾਂਸਟੈਂਟ ਰਹੇ। ਅਲਟੀਮੇਟਲੀ ਇਹ ਕੈਪੀਟਲ Q ਹੋ ਚੁੱਕਿਆ, ਇਹ ਜਿਹੜਾ ਹੈ ਇਹ ਕਿੰਨਾ ਹੋ ਚੁੱਕਿਆ? V। ਲੇਕਿਨ ਰੇਸ਼ੋ ਫਿਕਸ ਹੈ, ਠੀਕ ਹੈ। ਸੋ ਇਨ ਦਿਸ ਕੇਸ ਕੈਪੀਟਲ Q ਦੀ ਵੈਲਿਊ ਕਿੰਨੀ ਹੋਏਗੀ? ਉਹ ਭਰ ਦਿਓ ਇੱਥੇ ਲਿਆ ਕੇ ਕੈਪੀਟਲ Q ਦੀ ਵੈਲਿਊ। ਕੈਪੀਟਲ Q ਦੀ ਵੈਲਿਊ ਹੋਗੀ C ਇਨਟੂ ਆ ਵਾਲਾ V, ਠੀਕ ਹੈ। ਤਾਂ ਕੀ ਫਾਰਮੂਲਾ ਬਣ ਗਿਆ ਬੇਟੇ? ਉੱਤੇ ਕੀ ਬਣਿਆ? C ਸਕੁਅਰ V ਸਕੁਅਰ ਤੇ ਨੀਚੇ ਕਿੰਨਾ? ਹਾਫ 2C ਜਿਹੜਾ ਇੱਕ C ਕੈਂਸਲ ਹੋ ਗਿਆ, ਯਾਨੀ ਕਿ U ਕਿੰਨੇ ਬਰਾਬਰ ਆ ਗਿਆ? ਹਾਫ CV ਸਕੁਅਰ। ਹੁਣ ਜੇ ਤੁਹਾਨੂੰ ਕੋਈ ਪੁੱਛੇ ਕਿ V ਤੇ U ਚ ਕੀ ਰਿਲੇਸ਼ਨ ਹੈ, V ਤੇ U ਚ ਗ੍ਰਾਫ ਕਿਵੇਂ ਦਾ ਬਣੇਗਾ? ਟਿਟੋ ਪੈਰਾਬੋਲਿਕ। ਮਤਲਬ ਜਿਵੇਂ ਜਿਵੇਂ ਤੁਸੀਂ ਜਿਹੜਾ V ਵਧਾਓਗੇ ਉਵੇਂ ਉਵੇਂ U ਜਿਹੜਾ ਹੈ ਉਹ ਇਦਾਂ ਵਧੇਗਾ, ਕਿਉਂਕਿ ਇੱਕ ਪਾਸੇ ਪਾਵਰ 2 ਹੈ ਦੂਜੇ ਪਾਸੇ ਪਾਵਰ 1 ਹੈ। ਆ ਸਾਰੀ ਚੀਜ਼ ਕਾਂਸਟੈਂਟ ਹੈ। ਹੁਣ ਦੋਨਾਂ ਚ ਪੈਰਾਬੋਲਾ ਵੀ ਕਿਉਂ ਬਣਿਆ ਇਹ ਵੀ ਸਾਨੂੰ ਪਤਾ ਹੈ, ਕਿਉਂਕਿ ਇਸ ਪੂਰੇ ਐਕਸਪੈਰੀਮੈਂਟ ਦੇ ਵਿੱਚ ਇਹਨਾਂ ਦੋਨਾਂ ਚ ਜਿਹੜਾ ਗ੍ਰਾਫ ਬਣਦਾ ਹੈ Q ਤੇ V ਦਾ, ਇੱਥੇ ਬਣਾ ਦੇਣਾ, ਉਹ ਇਦਾਂ ਦਾ ਬਣਦਾ ਹੈ। Q ਤੇ V ਇੱਕ ਦੂਜੇ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੇ ਨੇ। ਸੋ ਜੇ ਜਿੰਨੇ ਪ੍ਰੋਪੋਰਸ਼ਨ ਚ Q ਵਧੇਗਾ ਉਹਨੇ ਚ V ਵਧੇਗਾ। ਸੋ ਇੱਧਰ ਵੀ ਡਾਇਰੈਕਟਲੀ ਸਕੁਅਰ ਵਾਲਾ ਆ ਗਿਆ, ਉਧਰ ਵੀ ਸਕੁਅਰ ਵਾਲਾ ਰਿਲੇਸ਼ਨ ਤਾਂ ਆ ਗਿਆ। ਲਾਸਟ ਗੱਲ ਇਹਦੀ ਜਿਹੜੀ ਕਰਨੀ ਰਹਿ ਗਈ, ਆਪਾਂ ਆ ਵੀ ਫਾਰਮੂਲਾ ਬਣਾਤਾ, ਇਹਨੂੰ ਵੀ ਬੇਟਾ ਬਾਕਸ ਚ ਬੰਦ ਕਰ ਲੈਣਾ, ਇਹ ਵੀ ਇੰਪੋਰਟੈਂਟ ਹੈ, ਆ ਵੀ ਇੰਪੋਰਟੈਂਟ ਹੈ। ਐਂਡ ਇੱਕ ਕੰਮ ਕਰਨਾ, ਮੈਂ ਇਸ ਤੋਂ ਬਾਅਦ ਐਰੋ ਪਾ ਕੇ ਇੱਥੇ ਲੈ ਕੇ ਜਾ ਰਿਹਾ, ਠੀਕ ਹੈ, ਇਹ ਇਧਰਲੇ ਪਾਸੇ। ਹੁਣ ਲਾਸਟ ਕਿਹੜੀ એનર્ਜੀ ਰਹਿ ਗਈ ਬੇਟਾ? ਉਹ ਧਿਆਨ ਨਾਲ ਲਿਖਣਾ। ਇਸੇ ਨਾਲ ਹੀ ਪੰਗਾ ਲੈ ਲੈਣਾ, ਤੁਸੀਂ ਕਿਸੇ ਨਾਲ ਵੀ ਲੈ ਸਕਦੇ ਹੋ ਕਿ U ਹੈਗਾ ਹਾਫ CV ਸਕੁਅਰ, ਉਰੇ ਹਾਫ CV ਇਨਟੂ V ਕਰ ਦੋ, ਸਮਝ ਲਓ V ਸਕੁਅਰ ਹੀ ਹੈ, ਲੇਕਿਨ CV ਕੌਣ ਹੈ? ਵੀ ਨੋ ਕਿ CV ਕੌਣ ਹੈ? CV ਇਜ਼ ਐਕਚੁਅਲੀ ਕੈਪੀਟਲ Q। ਇਹਦਾ ਮਤਲਬ ਇਹ ਹੋ ਗਿਆ ਕਿ એનર્ਜੀ ਕਿੰਨੀ ਆ ਗਈ? ਹਾਫ ਇਨਟੂ Q ਇਨਟੂ ਕਿੰਨਾ ਬੇਟੇ? V। ਸੋ ਇੰਨੀ એનર્ਜੀ ਆ ਗਈ। ਇਜ਼ ਦੈਟ ਓਕੇ? ਕਿਸੇ ਨੂੰ ਕੋਈ ਡਾਊਟ ਇਹਦੇ ਵਿੱਚ? ਐ ਕਰੋ, ਤੁਹਾਡੇ ਕੋਲ ਕਿੰਨੇ ਫਾਰਮੂਲੇ ਬਣ ਗਏ ਟੋਟਲ? ਹੁਣ એનર્ਜੀ ਦੇ 3। ਇਹਨੂੰ ਬੇਟਾ ਪਹਿਲਾਂ ਤਾਂ ਇਹਦੀ ਸਕਰੀਨਸ਼ਾਟ ਲੈ ਲਓ ਸਾਰੇ ਜਣੇ, ਠੀਕ ਹੈ। ਤੁਸੀਂ ਪੜ੍ਹਨਾ ਇਹਨੂੰ ਸਾਰਿਆਂ ਨੇ ਦੁਬਾਰਾ, ਇੱਕ ਵਾਰ ਦੁਬਾਰਾ ਨਜ਼ਰ ਮਾਰ ਦੇਣੀ ਹੈ। ਬਸ ਇੱਕ ਗੱਲ ਕਰਕੇ ਫਿਰ ਆਪਾਂ ਇਹਨੂੰ ਖਤਮ ਕਰਾਂਗੇ। ਹੁਣ ਤੁਹਾਨੂੰ ਇਹ ਪਤਾ ਹੈ ਕਿ ਆਹ એનર્ਜੀ ਆ ਗਈ ਤੁਹਾਡੇ ਕੋਲ, ਹਨਾ। ਇਸ એનર્ਜੀ ਬਾਰੇ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ, ਠੀਕ ਹੈ, ਥੋੜੀ ਜਿਹੀ ਬਸ ਐਗਜ਼ਾਮੀਨੇਸ਼ਨ ਪੁਆਇੰਟ ਆਫ View ਨਾਲ ਇੰਪੋਰਟੈਂਟ ਗੱਲ ਹੈ ਬੇਟੇ। ਹੁਣ ਦੇਖੋ ਬੱਚੂ, ਹੋਇਆ ਕੀ ਪੁੱਤ ਕਿ ਮੇਰੇ ਕੋਲ ਆਹ ਕੈਪੈਸਿਟਰ ਹੈ,
ਐਂਡ ਇਸ ਕਪੈਸਿਟਰ ਨੂੰ ਮੈਂ ਕਿਸੇ ਬੈਟਰੀ ਨਾਲ ਲਾਇਆ ਹੋਇਆ ਐਂਡ ਬੈਟਰੀ ਦੀ ਜਿਹੜੀ EMF ਹੈ ਉਹਦਾ ਨਾਮ ਹੈ ਕੈਪੀਟਲ V। ਇਹ ਤੁਹਾਨੂੰ ਦੱਸਿਆ ਹੋਇਆ ਨਾ ਕਿ ਜਿੰਨੀ ਕਿਸੇ ਬੈਟਰੀ ਤੇ ਲਿਖਿਆ ਹੋਵੇ, ਜਿਵੇਂ ਇਹ 9 ਵੋਲਟ ਦੀ ਹੈ ਆ ਵਾਲੀ, ਤੇ ਲਿਖਿਆ ਆ ਦੇਖੋ ਇਹ 9 ਵੋਲਟ ਦੀ ਹੈ, ਠੀਕ ਹੈ। ਜਿਵੇਂ ਇਹ 9 ਵੋਲਟ ਦੀ ਹੈ ਤਾਂ ਜਦੋਂ ਇਹ ਲਾਓਗੇ ਤਾਂ ਕੈਪੀਟਲ V ਅਲਟੀਮੇਟਲੀ 9 ਵੋਲਟ ਹੋ ਗਿਆ। ਜਿਹੜਾ ਇੱਥੇ ਚਾਰਜ ਆਇਆ ਉਹ ਕਿੰਨਾ +Q ਤੇ ਇੱਥੇ ਕਿੰਨਾ ਆਇਆ -Q। ਸਾਨੂੰ ਪਤਾ ਹੈ ਕਿ ਜਿਹੜੀ ਬੈਟਰੀ ਵਰਕ ਕਰੇਗੀ ਇਹਨੂੰ ਚਾਰਜ ਕਰਨ ਵਾਸਤੇ ਉਹ ਕਿੰਨਾ ਕਰੇਗੀ ਉਹ ਕੱਢ ਸਕਦੇ ਹਾਂ। ਯੂਨਿਟ ਚਾਰਜ ਤੇ ਹੁੰਦਾ ਹੈ V ਵਰਕ, Q ਚਾਰਜ ਤੇ ਕਿੰਨਾ ਵਰਕ ਹੋਊਗਾ ਉਹ ਹੋਏਗਾ ਕੈਪੀਟਲ QV, ਹੈਨਾ। ਇਹਦਾ ਮਤਲਬ ਇਹ ਹੋ ਗਿਆ ਕਿ ਬੈਟਰੀ ਨੇ ਵਰਕ ਕਿੰਨਾ ਕੀਤਾ, ਕੈਪੀਟਲ QV, ਹੈਨਾ। ਹੁਣ ਜਦੋਂ ਬੈਟਰੀ ਨੇ ਕੈਪੀਟਲ QV ਵਰਕ ਕੀਤਾ, ਲੇਕਿਨ ਜਿਹੜੀ ਕਪੈਸਿਟਰ ਦੇ ਵਿੱਚ એનર્ਜੀ ਸਟੋਰ ਹੋਈ ਉਹ ਕਿੰਨੀ એનર્ਜੀ ਸਟੋਰ ਹੋਈ, ਹਾਫ QV। ਗੱਲ ਸਮਝ ਆ ਰਹੀ। ਹੁਣ ਤੁਸੀਂ ਕਹੋਗੇ ਸਰ ਵਰਕ ਤਾਂ ਇਹਨੇ QV ਕੀਤਾ, ਉੱਥੇ એનર્ਜੀ ਰਹਿ ਗਈ ਹਾਫ QV, ਬਾਕੀ ਦੀ ਹਾਫ ਗਈ ਕਿੱਥੇ? ਗੱਲ ਪਹਿਲੇ ਪਈ, ਸਮਝ ਆਈ ਤੁਹਾਨੂੰ? ਤੇ ਇਹ ਬੜਾ ਇੰਪੋਰਟੈਂਟ ਕੁਐਸਚਨ ਬਣਦਾ ਇਹ ਕੰਪੀਟੀਸ਼ਨ ਪੁਆਇੰਟ ਆਫ View ਨਾਲ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ। ਐਕਚੁਅਲੀ ਆਪਾਂ ਇਹ ਕਹਿਣਾ ਕਰਨਾ ਹੈ ਕਿ ਜਦੋਂ ਤੁਸੀਂ ਕਿਸੇ ਕੰਡਕਟਰ ਮਤਲਬ ਕਿਸੇ ਬੈਟਰੀ ਨੂੰ ਕਿਸੇ ਕਪੈਸਿਟਰ ਦੇ ਨਾਲ ਲਾਉਂਦੇ ਹੋ ਤਾਂ ਜਦੋਂ ਉਹਨੂੰ ਚਾਰਜ ਕਰ ਰਿਹਾ ਹੁੰਦਾ ਨਾ ਤਾਂ ਤਾਰਾਂ ਵਿੱਚ ਬੇਟਾ ਟ੍ਰਾਂਜ਼ੀਐਂਟ ਕਰੰਟ ਚੱਲਦਾ ਹੈ ਫॉर ਅ ਵੈਰੀ ਸਮਾਲ ਪੀਰੀਅਡ ਆਫ ਟਾਈਮ। ਕਰੰਟ ਚੱਲਦਾ ਜਿਹੜਾ ਇਹਨੂੰ ਚਾਰਜ ਕਰਨ ਦਾ ਕੰਮ ਕਰਦਾ ਬਹੁਤ ਥੋੜੀ ਦੇਰ ਦੇ ਲਈ। ਉਹ ਤੁਹਾਨੂੰ ਦਿਖਾਊਂਗਾ ਅੱਗੇ ਜਾ ਕੇ ਉਹਦੇ ਬਾਰੇ ਵੀ। ਜਦੋਂ ਤੁਸੀਂ ਇਹਨੂੰ ਲਾਇਆ ਤਾਂ ਜਦੋਂ ਥੋੜੀ ਦੇਰ ਲਈ ਕਰੰਟ ਚੱਲਿਆ ਉਹ ਤਾਰਾਂ 'ਚ ਚੱਲਿਆ, ਜਿਹੜੀ એનર્ਜੀ ਹੈ ਉਹਦਾ ਹਾਫ, ਜਿਵੇਂ ਇੱਥੇ ਥਿਓਰੈਟੀਕਲੀ ਸਪੀਕਿੰਗ ਉਹਦਾ ਹਾਫ ਇੱਥੇ ਲਾਸ ਹੋ ਜਾਂਦਾ ਇਹਨਾਂ ਤਾਰਾਂ 'ਚ, ਠੀਕ ਹੈ। ਇਸੇ ਕਰਕੇ ਬੈਟਰੀ ਨੇ ਵਰਕ ਕੀਤਾ QV, ਲੇਕਿਨ ਜਿਹੜੀ ਉੱਥੇ એનર્ਜੀ ਸਟੋਰ ਹੋਈ ਕਿੰਨੀ ਹੋਈ, ਹਾਫ QV। ਸੋ ਦਿਸ ਇਜ਼ ਓਵਰ ਬੇਟੇ। ਇਹਦੀ ਡੈਮੋਨਸਟ੍ਰੇਸ਼ਨ ਆਪਾਂ ਦੇਖ ਲਈ, ਦੋ ਡੈਮੋਨਸਟ੍ਰੇਸ਼ਨ, ਲੇਡਨ ਜਾਰ ਵਾਲੀ ਯਾਦ ਰੱਖਣੀ ਹੈ, ਇੱਕ ਕਪੈਸਿਟਰ ਵਾਲੀ ਯਾਦ ਰੱਖਣੀ ਹੈ। ਐਂਡ ਅਗਲੇ ਲੈਕਚਰ ਦੇ ਵਿੱਚ ਫਿਰ ਮਿਲਾਂਗੇ ਪੂਰੀ એનર્ਜੀ ਦੇ ਨਾਲ। ਟਿਲ ਦੈਨ